ਗੁਰੂ ਨਾਨਕ ਪਾਦ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਕਹੇ ਖਾਲਸਾ ਗੁਰੂ ਜੀ ਬਿਨ ਰਣ ਦਿਵਸ ਬਤੀਤ ਸੁਖ ਸੋ ਸ਼ਤਰੂ ਸੁਪਤ ਹੋਏ ਆਚੀ ਲਗੇ ਨਾਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰੂ ਜੀ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਦੀਨ ਦੁਨੀਆ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਛਤਰ ਛਾਇਆ ਹੇਠ ਜੁੜ ਕੇ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਦਇਆ ਨਿਧ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਜੀ ਵਿਸਾਲੀ ਨਗਰ ਤੋਂ ਚੱਲ ਕੇ ਸ਼ਿਕਾਰ ਖੇਡਦਿਆਂ ਵਿਭੌਰ ਆਏ ਹਨ। ਵਿਭੌਰ ਦੇ ਰਾਜੇ ਨੇ
ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਕੇ ਆਪਣੇ ਨਗਰ ਵਿੱਚ ਆਪਣੇ ਮਹਿਲਾਂ 'ਚ ਟਿਕਣ ਵਾਸਤੇ ਫਰਿਆਦ ਕੀਤੀ। ਇਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ ਬਿਪੌਰ ਡੇਰਾ ਕੀਤਾ ਹੈ। ਰਾਜਾ ਵਿਸਾਲੀ ਮਹਾਰਾਜ ਜੀ ਦੇ ਚਰਨਾਂ 'ਚ ਇੱਥੇ ਹਾਜ਼ਰ ਹੋਇਆ, ਭੁੱਲ ਚੁੱਕ ਦੀ ਖਿਮਾ ਯਾਚਨਾ ਕੀਤੀ। ਸਤਿਗੁਰਾਂ ਨੇ ਖੁਸ਼ੀਆਂ ਕੀਤੀਆਂ ਰਾਜੇ ਵਿਸਾਲੀ ਤੇ ਬਚਨ ਕੀਤਾ, ਤੁਹਾਡੇ ਰਾਜ ਵਾਸਤੇ ਖਾਲਸਾ ਹਮੇਸ਼ਾ ਤਤਪਰ ਰਹੇਗਾ। ਜਦੋਂ ਕਿਤੇ ਸਹਾਇਤਾ ਦੀ ਲੋੜ ਪਈ ਸਾਡਾ ਖਾਲਸਾ ਤੁਹਾਡੀ ਸਹਾਇਤਾ ਕਰੇਗਾ। ਕੋਈ ਕਾਰਜ ਅਟਕ ਜਾਵੇ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਿਓ, ਤੁਹਾਡੇ ਕਾਰਜ ਅਸੀਂ ਰਾਸ ਕਰਾਂਗੇ। ਰਾਜੇ ਵਿਸਾਲੀ ਤੇ ਕਿਰਪਾ ਦ੍ਰਿਸ਼ਟੀ ਕਰਕੇ ਇਹਨੂੰ ਵਿਦਾ ਕੀਤਾ ਹੈ। ਬਿਪੌਰ ਸਾਹਿਬ ਵਿਖੇ ਬੈਠ ਕੇ ਮਹਾਰਾਜ ਜੀ ਨੇ ਸੁੰਦਰ ਰਮਣੀਕ ਥਾਂ ਨਿਹਾਰਿਆ, ਵੇਖਿਆ ਔਰ ਇਸ ਅਸਥਾਨ ਦੀ ਵਡਿਆਈ ਉਪਮਾ ਗੁਰੂ ਸਾਹਿਬ ਨੇ ਆਪਣੇ ਮੁਖੋਂ ਗਾਈ ਹੈ। ਬਹੁਤ ਸਾਰੀ ਪਵਿੱਤਰ ਅੰਮ੍ਰਿਤ ਬਾਣੀ ਦੀ ਰਚਨਾ ਕਲਗੀਧਰ ਜੀ ਨੇ ਇਸ ਸਥਾਨ ਤੇ ਕੀਤੀ ਹੈ। ਜਿਵੇਂ ਕਿ ਚਰਿਤ੍ਰੋ ਪਖਿਆਨ ਬਾਣੀ ਦਾ ਜੋ ਹਿੱਸਾ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ, ਇਹ ਪਵਿੱਤਰ ਬਾਣੀ ਸਤਿਗੁਰੂ ਕਲਗੀਧਰ ਜੀ ਨੇ ਬਿਪੌਰ ਸਾਹਿਬ ਵਿਖੇ ਬੈਠ ਕੇ ਰਚੀ ਹੈ। ਚੌਪਈ ਸਾਹਿਬ ਜੋ ਇਸੇ ਬਾਣੀ ਦਾ ਹਿੱਸਾ, ਇੱਥੇ ਬਹਿ ਕੇ ਮਹਾਰਾਜ ਜੀ ਨੇ ਇਸ ਬਾਣੀ ਨੂੰ ਰਚਿਆ ਹੈ ਔਰ ਬਿਪੌਰ ਦੇ ਇਲਾਕੇ ਵਿੱਚ ਸਤਿਗੁਰੂ ਜੀ ਵਿਚਰਦੇ ਹਨ। ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਬਿਪੌਰ ਹਨ, ਤੋਂ ਬੇਅੰਤ ਸਿੱਖ ਆ ਕੇ ਇੱਥੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ। ਆਓ ਦੀਨ ਤੇ ਦੁਨੀਆ ਦੇ ਮਾਲਕ ਸਤਿਗੁਰੂ ਵਾਲਿਏ ਦੋ ਜਹਾਨ, ਨੂਰੇ ਸਰਬਰੇ ਕਾਇਨਾਤ, ਰੂਹੁ ਦਰ ਹਰ ਜਿਸਮ, ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੀ ਖਾਲਸਾ ਗੁਰੂ ਜੀ, ਬਿਨ ਰਾਣ ਦਿਵਸ ਬਤੀਤ। ਖਾਲਸੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਬਿਪੌਰ ਸਾਹਿਬ ਕਾਫੀ ਸਮਾਂ ਹੁਣ ਜੰਗ ਯੁੱਧ ਨਹੀਂ ਹੋਇਆ, ਤੋ ਖਾਲਸਾ ਜੋ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੈ, ਸ਼ਸਤਰਧਾਰੀ ਖਾਲਸਾ ਹੈ। ਖਾਲਸੇ ਨੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਬੇਨਤੀ ਕਹੀ, ਮਹਾਰਾਜ ਹੁਣ ਤਾਂ ਬਹੁਤ ਮਹੀਨੇ ਬੀਤ ਗਏ ਨੇ, ਕਦੇ ਜੰਗ ਯੁੱਧ ਹੋਇਆ ਹੀ ਨਹੀਂ, ਖਾਲਸੇ ਦਾ ਕਿਤੇ ਮਾਰ ਬਕਾਰਾ ਨਹੀਂ ਹੋਇਆ। ਅੱਗੇ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਚਪਟ ਹੁੰਦੀ ਰਹਿੰਦੀ ਸੀ, ਜੰਗ ਯੁੱਧ ਹੁੰਦਾ ਰਹਿੰਦਾ ਸੀ ਖਾਲਸੇ ਦਾ। ਮਹਾਰਾਜ ਹੁਣ ਤਾਂ ਕਈ ਮਹੀਨੇ ਬੀਤ ਗਏ ਨੇ ਤੇ ਜੰਗ ਯੁੱਧ ਨਹੀਂ ਕਰਨਾ ਪਿਆ, ਬੜੇ ਆਨੰਦ ਨਾਲ ਬਿਪੌਰ ਸਾਹਿਬ ਵਿਖੇ ਆਪਾਂ ਟਿਕਾ ਕਰਕੇ ਬੈਠੇ ਹਾਂ। ਸੁਖ ਸੋ ਸ਼ਤਰੂ ਸੁਪਤ ਹੋਏ, ਆਛੀ ਲਗੇ ਨਾਰੀਤ। ਮਹਾਰਾਜ ਰਾਜੇ ਭੀਮ ਚੰਦ ਵਰਗੇ ਕਪਟੀ ਰਾਜੇ, ਛਲੀਏ ਰਾਜੇ ਸੁਖ ਦੀ ਨੀਂਦੇ ਸੌਂਦੇ ਹੋਣਗੇ ਜਿਹੜੇ ਸਾਡੇ ਦੁਸ਼ਮਣ ਨੇ। ਸਾਡੇ ਦੁਸ਼ਮਣ ਸੁਖ ਦੀ ਨੀਂਦੇ ਸੌਣ, ਮਹਾਰਾਜ ਇਹ ਗੱਲ ਸਾਡੇ ਮਨ ਨੂੰ ਚੰਗੀ ਨਹੀਂ ਪਈ ਲੱਗਦੀ ਕਿ ਸਾਨੂੰ ਉਹਨਾਂ ਨੇ ਸਾਡੇ ਨਗਰ ਚੋਂ ਕੱਢਿਆ, ਆਨੰਦਪੁਰ ਸਾਹਿਬ ਤੋਂ ਅਸੀਂ ਆਏ ਹਾਂ। ਉਹ ਸੁੱਖ ਨਾਲ ਆਪਣੇ ਮਹਿਲਾਂ 'ਚ ਸੌਂਦੇ ਹੋਣਗੇ ਤੇ ਜੰਗ ਯੁੱਧ ਹੋ ਨਹੀਂ ਰਿਹਾ ਕੋਈ,
ਮਹਾਰਾਜ ਇਹ ਸਾਨੂੰ ਚੰਗੀ ਨਹੀਂ ਵੀ ਲੱਗਦੀ ਗੱਲ ਕਿ ਦੁਸ਼ਮਣ ਆਪਣੇ ਮਹਿਲਾਂ 'ਚ ਸੁੱਖ ਦੀ ਨੀਂਦੇ ਸੌਵੇਂ। ਚੌਪਈ ਬਿਕਸੇ ਸ਼੍ਰੀ ਮੁਖ ਤੇ ਫੁਰਮਾਇਓ। ਸਤਿਗੁਰੂ ਜੀ ਮੁਸਕਰਾ ਪਏ ਸਿੰਘਾਂ ਨੇ, ਜਿਹੜੇ ਯੋਧੇ ਸਿੰਘ ਸੀ ਨਾ ਮਾਰ ਬਕਾਰਾ ਕਰਨ ਵਾਲੇ, ਉਹਨਾਂ ਬੇਨਤੀ ਕੀਤੀ। ਮਹਾਰਾਜ ਜੀ ਹੱਸ ਪਏ ਸਿੰਘਾਂ ਦੀ ਬੇਨਤੀ ਸੁਣ ਕੇ ਤੇ ਮੁਸਕਰਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਧਨੋ ਜੰਗ ਤੁਮਰੇ ਘਰ ਪਾਇਓ। ਸਿੰਘੋ ਹਾਲੇ ਜੰਗ ਮੁੱਕੇ ਕਿੱਥੇ ਨੇ? ਹਾਲੇ ਤਾਂ ਸ਼ੁਰੂਆਤ ਹੋਈ ਹੈ। ਹਾਲੇ ਤਾਂ ਤੁਹਾਨੂੰ ਅਸੀਂ ਜੰਗ ਕਰਨਾ ਸਿਖਾ ਰਹੇ ਹਾਂ। ਤੁਹਾਡੇ ਗਲ ਅਸੀਂ ਬੜੇ ਵੱਡੇ ਜੰਗ ਪਾਏ ਨੇ, ਔਰ ਇਹ ਜੰਗ ਤਕਰੀਬਨ ਬੜਾ ਲੰਮਾ ਅਰਸਾ ਕਈ ਦਹਾਕਿਆਂ ਤੱਕ ਤੁਹਾਡੇ ਗਲ ਵਿੱਚ ਰਹਿਣੇ ਨੇ ਜੰਗ ਯੁੱਧ। ਹੁਣੇ ਥੋੜੀ ਮੁੱਕ ਜਾਣੇ ਆ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਤੁਹਾਡੇ ਗਲ ਬੜੇ ਵੱਡੇ ਜੰਗ ਪਾਏ ਨੇ। ਹਾਲੇ ਤਾਂ ਇਹਨਾਂ ਪਹਾੜੀਆਂ ਨਾਲ ਜੰਗ ਹੁੰਦਾ, ਫਿਰ ਇਹਨਾਂ ਮਲੇਛਾਂ ਨਾਲ, ਤੁਰਕਾਂ ਨਾਲ ਜੰਗ ਹੋਣੇ ਨੇ। ਖਾਲਸੇ ਦਾ ਰਾਜ ਕਾਇਮ ਹੋਣਾ, ਇਸ ਕਰਕੇ ਭਾਈ ਤੁਹਾਡੇ ਗਲ ਵਿੱਚ ਤਾਂ ਅਸੀਂ ਬੜੇ ਵੱਡੇ ਜੰਗ ਪਾਏ ਹਨ। ਅਵਨੀ ਪੂਰਨ ਸ਼ਤਰੂ ਤੁਮਾਰੇ। ਇਹ ਜਿਹੜੀ ਧਰਤੀ ਹੈ ਇੱਥੇ ਤਾਂ ਤੁਹਾਡੇ ਬੜੇ ਦੁਸ਼ਮਣ ਨੇ। ਮੇਰਾ ਖਾਲਸਾ ਜਿਹੜਾ ਹੈ ਮੋਟਾ ਸੁਰਮਾ ਸਾਰਿਆਂ ਦੀਆਂ ਅੱਖਾਂ 'ਚ ਰੜਕਦਾ। ਮਹਾਰਾਜ ਜੀ ਕਹਿੰਦੇ ਇਸ ਸਾਰੀ ਧਰਤੀ ਤੇ ਤੁਹਾਡੇ ਬਹੁਤ ਦੁਸ਼ਮਣ ਹਨ। ਸਨੇ ਸਨੇ ਹਨ ਬਨੋ ਸੁਖਾਰੀ। ਤੇ ਏਦਾਂ ਕਾਲੇ ਪਿਆ ਨਹੀਂ ਉਹ ਸਾਰੇ ਮਾਰੇ ਜਾਣੇ। ਸਹਿਜੇ ਸਹਿਜੇ ਉਹਨਾਂ ਸਾਰੇ ਦੁਸ਼ਮਣਾਂ ਨੂੰ, ਦੋਖੀਆਂ ਨੂੰ ਪਕੜ ਕੇ ਪਛਾੜਨਾ ਤੇ ਮਾਰਨਾ ਹੈ। ਜੋ ਇੱਛੋ ਅਬ ਪੀ ਹੋਏ ਰਹੇ। ਤੇ ਜੇ ਤੁਸੀਂ ਜੰਗ ਕਰਨ ਦੀ ਇੱਛਾ ਰੱਖਦੇ ਹੋ ਤੇ ਬਸ ਉਹ ਵੀ ਸਮਝ ਲਓ ਅੱਜ ਭਲਕੇ ਜੰਗ ਤੁਹਾਡੇ ਗਲ ਪੈਣ ਹੀ ਵਾਲਾ ਕੋਈ ਨਾ ਕੋਈ। ਮਹਾਰਾਜ ਜੀ ਨੇ ਭਵਿੱਖਤ ਵਚਨ ਕੀਤਾ ਵੀ ਅੱਜ ਭਲਕੇ ਕੋਈ ਨਾ ਕੋਈ ਜੰਗ ਤੁਹਾਡੇ ਗਲ ਪੈਣ ਹੀ ਵਾਲਾ ਹੈ। ਜੇ ਤੁਸੀਂ ਜੰਗ ਕਰਨ ਦੀ ਇੱਛਾ ਹੁਣ ਵੀ ਰੱਖ ਰਹੇ ਹੋ, ਮਹਾਰਾਜ ਕਈ ਮਹੀਨੇ ਹੋ ਗਏ ਨੇ ਜੰਗ ਯੁੱਧ ਨਹੀਂ ਕੀਤਾ, ਸਰੀਰ ਜਾਮ ਜੇ ਹੋਏ ਪਏ ਆ ਮਹਾਰਾਜ, ਤੇ ਜਦੋਂ ਜੰਗ ਯੁੱਧ ਕਰਾਂਗੇ ਸਰੀਰ ਖੁੱਲਣਗੇ। ਮਹਾਰਾਜ ਜੀ ਕਹਿੰਦੇ ਜੇ ਤੁਹਾਡੀ ਇਹ ਇੱਛਾ ਤੇ ਉਹ ਵੀ ਇੱਕ ਅੱਧੇ ਦਿਨ 'ਚ ਪੂਰੀ ਹੋਣ ਵਾਲੀ ਹੈ। ਕੰਟਕ ਦੁਸ਼ਟ ਹਤਨ ਨਿਰਭੈ। ਤੁਸੀਂ ਜਿਹੜੇ ਖਾਲਸੇ ਦੇ ਵੈਰੀ ਨੇ, ਖਾਲਸੇ ਨੂੰ ਦੁੱਖ ਦੇਣ ਵਾਲੇ ਦੁਸ਼ਟ ਨੇ, ਉਹਨਾਂ ਨੂੰ ਮਾਰਨ ਵਿੱਚ ਹੀ ਤੁਹਾਡਾ ਸਮਾਂ ਬੀਤਣਾ ਹੈ। ਬੈਠੇ ਹੋਤੇ ਗੁਰੂ ਸ਼ੁਭ ਥਾਨ। ਇਹ ਬਚਨ ਮਹਾਰਾਜ ਜੀ ਨੇ ਕੀਤੇ। ਸਤਿਗੁਰੂ ਬੜੇ ਸੋਹਣੇ ਸਥਾਨ ਤੇ ਜਿੱਥੇ ਅੱਜ ਕੱਲ ਵਿਪੌਰ ਸਾਹਿਬ ਸਥਾਨ ਹੈ, ਇੱਥੇ ਮਹਾਰਾਜ ਜੀ ਬੈਠੇ ਨੇ। ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਹੈ। ਤਬ ਲੋ ਸੰਗਤ ਪਹੁੰਚੀ ਆਨ। ਇਹਨੇ ਨੂੰ ਕੁਝ ਸੰਗਤਾਂ ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਨ ਨੂੰ ਆਏ ਨੇ, ਉਹ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ। ਕਰ ਕਰ ਨਮੋ ਦਰਸ ਅਵਲੋਕਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਇਹਨਾਂ ਨੇ ਨਮਸਕਾਰ ਕੀਤੀ ਔਰ ਗੁਰਦੇਵ ਦੇ ਸੁੰਦਰ ਦਰਸ਼ਨ ਪਰਸੇ ਹਨ। ਕਰੀ ਪੁਕਾਰ ਹਮੇ ਬਹੁ ਸ਼ੋਕਾ। ਇਹਨਾਂ ਨੇ ਪੁਕਾਰ ਕੀਤੀ, ਸੰਗਤ ਜਿਹੜੀ ਆਈ ਹੈ ਨਾ, ਇਹਨਾਂ ਨੇ ਪੁਕਾਰ ਕੀਤੀ। ਵਿੱਚੋਂ ਕੁਝ ਸਿੱਖਾਂ ਨੇ ਨੇਤਰਾਂ ਚੋਂ ਨੀਰ ਵਹਾ ਕੇ ਸ਼ੋਕ ਨਾਲ ਬੇਨਤੀ ਕੀਤੀ। ਵਸਤ ਅਜਾਇਬ ਰਾਵਰ ਹੇਤ। ਬੜੇ ਸ਼ੋਕ ਨੂੰ ਪ੍ਰਗਟ ਕਰਦਿਆਂ ਕਹਿੰਦੇ ਮਹਾਰਾਜ ਅਸੀਂ ਬੜੇ ਦੁਖੀ ਹੋ ਕੇ ਆਏ ਆ ਤੁਹਾਡੇ ਕੋਲ। ਹਾਲੇ ਕੁਝ ਸਮਾਂ ਪਹਿਲਾਂ ਮਹਾਰਾਜ ਜੀ ਕਹਿ ਹੀ ਰਹੇ ਸੀ ਸਿੱਖਾਂ ਨੂੰ, ਖਾਲਸੇ ਨੂੰ, ਵੀ ਤੁਹਾਡੇ ਗਲ ਛਿਰ ਜੰਗ ਪੈਣ ਹੀ ਵਾਲਾ ਇੱਕ ਅੱਧੇ ਦਿਨ 'ਚ। ਉਹ ਖੇਡ ਬਣ ਗਈ। ਸੰਗਤ ਆਈ ਦਰਸ਼ਨਾਂ ਨੂੰ, ਉਹਨਾਂ ਨੇ ਗੁਰਦੇਵ ਨੂੰ ਪੁਕਾਰ ਕੀਤੀ, ਮਹਾਰਾਜ ਅਸੀਂ ਬੜੇ ਸ਼ੋਕਾਤੁਰ ਹੋ ਕੇ ਆਏ ਆ ਤੁਹਾਡੇ ਕੋਲ। ਤੁਹਾਡੇ ਲਈ ਅਸੀਂ ਬੜੀਆਂ ਅਜਾਇਬ ਵਸਤੂਆਂ ਆਪ ਜੀ ਦੇ ਚਰਨਾਂ 'ਚ ਭੇਟਾ ਕਰਨ ਲਈ ਲੈ ਕੇ ਆ ਰਹੇ ਸੀ। ਕਰੀ ਬਟੋਰਨ ਬ੍ਰਿੰਦ ਨਿਕੇਤ। ਅਸੀਂ ਆਪਣੇ ਘਰਾਂ ਵਿੱਚ ਸਾਲ ਤੋਂ ਵਸਤੂਆਂ ਇਕੱਠੀਆਂ ਕਰਕੇ ਰੱਖੀਆਂ ਸਨ ਕਿ ਜਦੋਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਜਾਵਾਂਗੇ ਇਹ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕਰਾਂਗੇ, ਤੇ ਉਹ ਅਸੀਂ ਲੈ ਕੇ ਆ ਰਹੇ ਸੀ ਤੁਹਾਡੇ ਦਰਸ਼ਨ ਕਰਨ ਲਈ। ਆਵਤ ਲੀਏ ਗ੍ਰਾਮ ਕਲ ਮੋਟਾ। ਤੇ ਰਸਤੇ ਵਿੱਚ ਆਉਂਦਿਆਂ ਮਹਾਰਾਜ ਜੀ ਇੱਕ ਪਿੰਡ ਆਇਆ ਕਲਮੋਟ। ਕਲਮੋਟ ਨਗਰ ਇਧਰ ਕੀਰਤਪੁਰ ਸਾਹਿਬ ਤੋਂ ਹੀ ਚੜ੍ਹਦੇ ਵਾਲੇ ਪਾਸੇ ਨੂੰ ਇਹ ਨਗਰ ਹੈ।
ਕਹਿਣ ਲੱਗੇ ਮਹਾਰਾਜ ਅਸੀਂ ਕਲਮੋਟ ਨਗਰ ਜਦੋਂ ਚੱਲ ਕੇ ਆਏ, ਬਸੇ ਗਵਾਰ ਕਰਮ ਜਿਨ ਖੋਟਾ। ਇਹ ਕਲਮੋਟ ਨਗਰ ਦੇ ਵਿੱਚ ਖੋਟੀ ਬਿਰਤੀ ਦੇ ਲੋਕ ਵਸਦੇ ਨੇ। ਨਗਰ ਦਾ ਨਾਮ ਕਲਮੋਟ ਹੈ ਤੇ ਇੱਥੋਂ ਦੇ ਜਿਹੜੇ ਲੋਕ ਨੇ ਨਗਰ ਦੇ ਉਹ ਵੀ ਕਲਮੂਏ ਹੀ ਨੇ। ਜਿਵੇਂ ਦਾ ਨਗਰ ਦਾ ਨਾਂ ਹੈ ਨਾ ਕਲਮੋਟ, ਏਦਾਂ ਹੀ ਮਹਾਰਾਜ ਜੀ ਇਹ ਨਗਰ ਦੇ ਲੋਕ ਵੀ ਕਲਮੂਏ ਨੇ, ਭੈੜੀ ਬਿਰਤੀ ਵਾਲੇ ਹਨ। ਰਾਵਰ ਕੀ ਬੋਦਈ ਦੁਹਾਈ, ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਪਿੰਡ ਵਾਲਿਆਂ ਨੇ, ਤੇ ਅਸੀਂ ਆਪ ਜੀ ਦੇ ਨਾਂ ਦੀ ਦੁਹਾਈ ਦਿੱਤੀ। ਆਖਿਆ ਉਹ ਬਈ ਇਹ ਗੁਰੂ ਕੀ ਸੰਗਤ ਹੈ, ਕਲਗੀਧਰ ਦੇ ਦਰਸ਼ਨਾਂ ਨੂੰ ਜਾ ਰਹੀਆਂ ਨੇ ਸੰਗਤਾਂ, ਆ ਭੇਟਾਵਾਂ ਗੁਰੂ ਸਾਹਿਬ ਨੂੰ ਭੇਟਾ ਕਰ ਰਹੀਆਂ ਨੇ। ਮਹਾਰਾਜ ਜੀ ਅਸੀਂ ਆਪ ਜੀ ਦੇ ਨਾਂ ਦੀ ਦੁਹਾਈ ਕਲਮੋਟ ਨਗਰ ਦੇ ਲੋਕਾਂ ਨੂੰ ਦਿੱਤੀ। ਨੈ ਮਾਨੇ ਚੀਨੇ ਸਮੁਦਾਈ, ਪਰ ਮਹਾਰਾਜ ਉਹ ਇਹੋ ਜਿਹੇ ਕਲਮੂਏ ਲੋਕ ਸਨ, ਭੈੜੇ ਲੋਕ ਸਨ ਕਲਮੋਟ ਦੇ, ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ। ਸਾਡੇ ਕੋਲ ਜਿਹੜੀਆਂ ਆਪ ਜੀ ਨੂੰ ਭੇਟਾ ਕਰਨ ਵਾਲੀਆਂ ਵਸਤੂਆਂ ਸਨ ਉਹਨਾਂ ਨੇ ਖੋਹ ਲਈਆਂ ਨੇ, ਜਬਰੀ ਧਿੰਗੋ ਜੋਰੀ ਕਰਕੇ ਖੋਹ ਲਈਆਂ ਹਨ। ਗੁਜਰ ਰੰਗਰ ਪੁੰਜ ਮਿਲੇ ਹੈ, ਮਹਾਰਾਜ ਇਹ ਜਿਹੜਾ ਪਿੰਡ ਹੈ ਉੱਥੇ ਬਹੁਤ ਸਾਰੇ ਗੁੱਜਰ ਤੇ ਰੰਗੜ ਇਕੱਠੇ ਹੋ ਰਹੇ ਨੇ, ਤੇ ਗੁੱਜਰਾਂ ਰੰਗੜਾਂ ਨਾਲ ਖਾਲਸੇ ਦਾ ਵੈਰ ਚੱਲ ਰਿਹਾ ਸੀ, ਕਿਉਂਕਿ ਬਹੁਤ ਸਾਰੇ ਪਿੰਡ ਜਿਹੜੇ ਪਹਿਲਾਂ ਵੀ ਉਜਾੜੇ ਨੇ, ਬਜਰੂੜ, ਨੋ, ਆਲਸੂਨ, ਇਹਨਾਂ ਪਿੰਡਾਂ 'ਚ ਜਿੱਥੇ ਜੰਗ ਹੋਏ ਨੇ ਪਹਿਲਾਂ ਸਤਿਗੁਰਾਂ ਦੇ, ਗੁੱਜਰਾਂ ਰੰਗੜਾਂ ਦੇ ਪਿੰਡ ਸੀ। ਇਹ ਪਹਾੜੀਆਂ ਦੀ ਮਦਦ ਕਰਦੇ ਸੀ ਜਦੋਂ ਇਹ ਲੜਨ ਆਉਂਦੇ ਸੀ। ਇਹਨਾਂ ਦਾ ਜਮਤੁੱਲਾ ਭਾਊ ਜਿਹੜਾ ਸੀ ਉਹ ਇਹਨਾਂ ਗੁੱਜਰਾਂ ਰੰਗੜਾਂ ਦਾ ਜਰਨੈਲ ਸੀ ਜਿਹੜਾ ਗੁਰੂ ਸਾਹਿਬ ਨੇ ਮਾਰਿਆ। ਤੋ ਮਹਾਰਾਜ ਉਹ ਜਿਹੜੇ ਗੁੱਜਰ ਤੇ ਰੰਗੜ ਨੇ ਉਸ ਪਿੰਡ ਦੇ ਵਿੱਚ ਅਸੀਂ ਬਥੇਰਾ ਆਪ ਜੀ ਦਾ ਨਾਂ ਲੈ ਕੇ ਦੁਹਾਈ ਦਿੱਤੀ, ਪਰ ਉਹਨਾਂ ਨੇ ਇੱਕ ਨਹੀਂ ਮੰਨੀ। ਸਾਡੇ ਕੋਲ ਜਿੰਨੀਆਂ ਵਸਤੂਆਂ ਸਨ ਉਹਨਾਂ ਨੇ ਆਪਣਾ ਜ਼ੋਰ ਪਾ ਕੇ ਖੋਹ ਲਈਆਂ, ਨਾਲੇ ਸੰਗਤ ਨੂੰ ਭੈੜੇ ਮਾੜੇ ਸ਼ਬਦ ਕਹੇ। ਆਵਤ ਮਾਰਗ ਰੋਕ ਖਲੇ ਹੈ, ਮਹਾਰਾਜ ਜਦੋਂ ਅਸੀਂ ਆਉਂਦੇ ਸੀ ਉਹਨਾਂ ਨੇ ਸਾਡਾ ਰਸਤਾ ਰੋਕ ਕੇ ਸਾਨੂੰ ਰੋਕ ਲਿਆ। ਵਸਤ ਆਪ ਕੀ ਲਾਇਕ ਜੀ, ਜਿਹੜੀਆਂ ਆਪ ਜੀ ਦੇ ਚਰਨਾਂ 'ਚ ਭੇਟਾ ਕਰਨ ਵਾਲੀਆਂ ਵਸਤੂਆਂ ਸਨ ਤੁਹਾਡੇ ਲਾਇਕ ਸਨ। ਸਾਡੀ ਇੱਛਾ ਸੀ ਕੇਵਲ ਸਤਿਗੁਰੂ ਜੀ ਵਰਤਣ, ਕੇਵਲ ਗੁਰੂ ਸਾਹਿਬ ਹੀ ਅੰਗੀਕਾਰ ਕਰਨ। ਲਈ ਖਸੋਟ ਬਰੇ ਗੱਡ ਤੇ, ਉਹਨਾਂ ਨੇ ਉਹ ਵਸਤੂਆਂ ਸਾਡੇ ਕੋਲੋਂ ਖੋਹ ਲਈਆਂ ਨੇ, ਤੇ ਕਲਮੋਟ ਨਗਰ ਵਿੱਚ ਉਹਨਾਂ ਨੇ ਇੱਕ ਕਿਲਾ ਬਣਾਇਆ ਹੋਇਆ ਗੁੱਜਰਾਂ ਰੰਗੜਾਂ ਨੇ, ਤੇ ਉਹ ਖੋਹ ਕੇ ਉਹ ਸਾਰੀਆਂ ਵਸਤੂਆਂ ਉਸ ਕਿਲੇ ਵਿੱਚ ਜਾ ਵੜੇ ਨੇ। ਉਹਨਾਂ ਨੂੰ ਆਪਣੇ ਉਸ ਕਿਲੇ ਦਾ ਬੜਾ ਮਾਣ ਤੇ ਗਰੂਰ ਹੈ ਕਿ ਸਾਡਾ ਇਹ ਕਿਲਾ ਕੋਈ ਤੋੜ ਨਹੀਂ ਸਕਦਾ। ਤੇ ਮਹਾਰਾਜ ਉਹ ਵਸਤੂਆਂ ਸਾਡੇ ਕੋਲੋਂ ਖੋਹ ਕੇ ਤੇ ਉਸ ਕਿਲੇ ਵਿੱਚ ਜਾ ਕੇ ਵੜ ਗਏ ਹਨ। ਸੁਨ ਸਤਿਗੁਰ ਕੈ ਕੋਪ ਵਿਸਾਲਾ, ਇਹ ਸੁਣਦਿਆਂ ਮਹਾਰਾਜ ਜੀ ਬੀਰਸ ਵਿੱਚ ਆ ਗਏ। ਇੰਨੀ ਮਜਾਲ ਉਹਨਾਂ ਮਲੇਛਾਂ ਦੀ, ਸਾਡੀ ਆਉਂਦੀ ਹੋਈ ਸੰਗਤ ਦਾ ਰਾਹ ਰੋਕਦੇ ਨੇ, ਸਾਡਿਆਂ ਸਿੱਖਾਂ ਨੂੰ ਤੰਗ ਕਰਦੇ ਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਣ ਕੇ ਭਾਰੀ ਵੀਰ ਰਸ ਵਿੱਚ ਆਏ। ਹਰ ਕੈ ਅਦਰ ਬਿਲੋਚਨ ਲਾਲਾ, ਗੁਰਦੇਵ ਦੇ ਨੇਤਰ ਵੇਖਦਿਆਂ ਵੇਖਦਿਆਂ ਲਾਲ ਸੁਰਖ ਹੋ ਗਏ। ਮਹਾਰਾਜ ਜੀ ਦੀਆਂ ਭੌਹਾਂ ਚੜ ਗਈਆਂ ਵੀਰ ਰਸ ਦੇ ਨਾਲ, ਬੁੱਲ ਫਰਕਣ ਲੱਗੇ। ਸੰਗਤ ਕੋ ਧੀਰਜ ਤਵ ਦੀਨਾ, ਰੋਸ ਵਿੱਚ ਆਏ ਇੱਕ ਵਾਰ। ਫਿਰ ਜਿਹੜੀ ਸੰਗਤ ਆਈ ਉਹਨਾਂ ਨੂੰ ਧੀਰਜ ਦਿੱਤਾ ਸਤਿਗੁਰਾਂ ਨੇ। ਜਿਹੜੀ ਸੰਗਤ ਨੂੰ ਕਲਮੋਟ ਪਿੰਡ ਵਾਲਿਆਂ ਨੇ ਲੁੱਟਿਆ ਸੀ ਉਸ ਸੰਗਤ ਨੂੰ ਮਹਾਰਾਜ ਜੀ ਨੇ ਧੀਰਜ ਦਿੱਤਾ। ਤੁਮਰੀ ਅਰਪੀ ਹਮਨੇ ਲੀਨ, ਪਾਤਸ਼ਾਹ ਕਹਿਣ ਲੱਗੇ ਸੰਗਤ ਜੀ ਤੁਸੀਂ ਬੇਫਿਕਰ ਹੋਵੋ, ਤੁਹਾਡੀਆਂ ਜਿਹੜੀਆਂ ਵਸਤੂਆਂ ਸਨ ਉਹ ਸਮਝ ਲਓ ਤੁਸੀਂ ਸਾਨੂੰ ਅਰਪ ਦਿੱਤੀਆਂ ਨੇ, ਅਸੀਂ ਲੈ ਲਈਆਂ ਨੇ, ਉਹ ਸਾਡੇ ਕੋਲ ਪਹੁੰਚ ਗਈਆਂ ਨੇ। ਤੁਸੀਂ ਜਦੋਂ ਘਰੋਂ ਹੀ ਲੈ ਕੇ ਟੁਰੇ ਸੀ ਨਾ, ਸਮਝ ਲਓ ਉਦੋਂ ਹੀ ਉਹ ਵਸਤੂਆਂ ਸਾਡੇ ਕੋਲ ਪਹੁੰਚ ਗਈਆਂ। ਚਿੰਤਾ ਕਰੋ ਨਾ ਔਰ ਪਛਤਾਵੋ, ਤੁਸੀਂ ਆਪਣੇ ਚਿੱਤ 'ਚ ਚਿੰਤਾ ਨਾ ਕਰੋ ਤੇ ਨਾ ਹੀ ਆਪਣੇ ਮਨ 'ਚ ਪਛਤਾਵਾ ਕਰੋ। ਤੁਸੀਂ ਜੋ ਜੋ ਲਿਆਏ ਸੋ ਉਹ ਸਭ ਕੁਝ ਸਾਡੇ ਕੋਲ ਪਹੁੰਚ ਗਿਆ, ਓਨਾ ਹੀ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਬੈਠੋ ਮਨੋ ਕਾਮਨਾ ਪਾਵੋ, ਬੈਠੋ। ਸੰਗਤ ਨੂੰ ਹੌਸਲਾ ਦੇ ਕੇ ਨਾ ਮਹਾਰਾਜ ਜੀ ਨੇ ਬਿਠਾਇਆ ਵੀ ਬੈਠੋ ਜੀ,
ਔਰ ਜੋ ਤੁਸੀਂ ਕਾਮਨਾ ਕਰੋਗੇ ਤੁਹਾਡੀ ਕਾਮਨਾ ਪੂਰੀ ਹੋਵੇਗੀ। ਆਲਮ ਸਿੰਘ ਜੋਰ ਕਰ ਕਹਾ। ਭਾਈ ਆਲਮ ਸਿੰਘ ਨੱਚੜਾ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ, ਕੰਟਕ ਦੁਸ਼ਟਤਾ ਕੋ ਮਹਾ। ਭਾਈ ਆਲਮ ਸਿੰਘ ਨੇ ਕੋਈ ਪਹਿਲਾਂ ਵੀ ਘਟਨਾ ਘਟੀ ਸੀ ਉਹਦਾ ਜ਼ਿਕਰ ਕੀਤਾ। ਉਸੇ ਪਿੰਡ ਵਾਲਿਆਂ ਦੀ ਕਰਤੂਤ ਸੀ, ਕਲਮੋਟ ਵਾਲਿਆਂ ਦੀ, ਕਲਮੋਇਆਂ ਦੀ। ਮਹਾਰਾਜ ਜੀ ਨੂੰ ਭਾਈ ਆਲਮ ਸਿੰਘ ਜੀ ਕਹਿਣ ਲੱਗੇ, ਤਜ ਆਨੰਦਪੁਰ ਜਬ ਚੱਲ ਆਏ। ਕਹਿਣ ਲੱਗੇ, ਮਹਾਰਾਜ ਜੀ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਆਏ ਸੀ ਚੱਲ ਕੇ ਇਸ ਪਾਸੇ, ਕੀਤਕ ਸਿੰਘ ਉਤੈ ਕੋ ਧਾਏ। ਤੇ ਮਹਾਰਾਜ ਕੁਝ ਸਿੰਘ ਲੜਦਿਆਂ ਲੜਦਿਆਂ ਕਲਮੋਟ ਪਿੰਡ ਵੱਲ ਗਏ ਸਨ। ਰੋਕਿਓ ਚੈਤ ਰੁਕੇ ਨੈ ਕੋਏ। ਉਹ ਰੋਕਣਾ ਚਾਹੁੰਦੇ ਸਨ ਪਰ ਨਹੀਂ ਰੁਕੇ। ਛਲ ਕਰ ਘੇਰ ਲੀਏ ਵਿੱਚ ਦੋਏ। ਤੇ ਮਹਾਰਾਜ ਉਹਨਾਂ ਸਿੰਘਾਂ ਚੋਂ 2 ਸਿੰਘਾਂ ਨੂੰ ਕਲਮੋਟ ਪਿੰਡ ਵਾਲਿਆਂ ਨੇ ਘੇਰੇ ਵਿੱਚ ਘੇਰ ਲਿਆ ਸੀ। ਤਿਨ ਕੇ ਸੀਸ ਕਾਟ ਕਰ ਗੇਰੇ। ਔਰ ਘੇਰੇ 'ਚ ਘੇਰ ਕਿ ਉਹਨਾਂ ਕਲਮੋਟ ਪਿੰਡ ਦਿਆਂ ਗੁੱਜਰਾਂ ਤੇ ਰੰਗੜਾਂ ਨੇ 2 ਸਿੰਘਾਂ ਦੇ ਸਿਰ ਵੱਢ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਇਹ ਭਾਜੀ ਉਹਨਾਂ ਨੇ ਪਹਿਲਾਂ ਹੀ ਪਾਈ ਹੋਈ ਆਪਾਂ ਨੂੰ, ਉਹ ਹਾਲੇ ਆਪਾਂ ਮੋੜਨੀ ਸੀ ਤੇ ਆ ਨਵੀਂ ਭਾਜੀ ਉਹਨਾਂ ਨੇ ਹੋਰ ਚਾੜ ਦਿੱਤੀ ਹੈ ਮਹਾਰਾਜ। ਹੁਣ ਇਹਨਾਂ ਨੇ ਸੰਗਤ ਨੂੰ ਵੀ ਲੁੱਟਿਆ। ਪਹਿਲਾਂ ਵੀ ਉਹਨਾਂ ਨੇ ਕਰਤੂਤ ਕੀਤੀ ਹੈ। ਜਦੋਂ ਆਨੰਦਪੁਰ ਸਾਹਿਬ ਤੋਂ ਆਪਾਂ ਆ ਰਹੇ ਸੀ, ਕੁਝ ਸਿੰਘ ਲੜਦਿਆਂ ਕਲਮੋਟ ਵੱਲ ਗਏ। ਉਹਨਾਂ ਨੇ 2 ਸਿੰਘਾਂ ਨੂੰ ਘੇਰ ਕੇ ਛਲ ਨਾਲ, ਕਪਟ ਦੇ ਨਾਲ ਉਹਨਾਂ ਦੇ ਸਿਰ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਨਹੀਂ ਤਰਾਸ ਮਾਨੇ ਕਿਸ ਕੀਰੇ। ਮਹਾਰਾਜ ਇੰਨੇ ਨਿਡਰ ਹੋਏ ਫਿਰਦੇ ਨੇ ਕਿ ਉਹ ਡਰ ਨਹੀਂ ਮੰਨਦੇ, ਕਿਸੇ ਦਾ ਭੈ ਨਹੀਂ ਮੰਨਦੇ। ਅਸ ਦੁਸ਼ਟਨ ਕੋਏ ਨਾ ਸਜਾਏ। ਇਹੋ ਜਿਹੇ ਦੁਸ਼ਟਾਂ ਨੂੰ ਸਜ਼ਾ ਨਾ ਮਿਲੇ ਮਹਾਰਾਜ, ਇਹ ਗੱਲ ਸੋਭਦੀ ਨਹੀਂ। ਕਰੇ ਬਿਗਾਰ ਰਹੇ ਗਰ ਭਾਏ। ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਇਹ ਫਿਰ ਅੱਗੇ ਵਿਗਾੜ ਕਰਨਗੇ, ਫਿਰ ਸੰਗਤ ਨੇ ਆਉਣਾ, ਸੰਗਤ ਨੂੰ ਫਿਰ ਪਰੇਸ਼ਾਨ ਕਰਨਗੇ ਮਹਾਰਾਜ। ਜੇ ਹੁਣ ਇਹਨਾਂ ਨੂੰ ਦੰਡ ਨਾ ਦਿੱਤਾ, ਸਜ਼ਾ ਨਾ ਦਿੱਤੀ, ਇਹ ਮੁੜ ਕੇ ਫਿਰ ਵਿਗਾੜ ਕਰਨਗੇ। ਗੁਰ ਕਰ ਸੋਂਬੋ ਰਚਿਓ ਬਿਰੁੱਧਾ। ਇਹਨਾਂ ਕਲਮੋਟ ਪਿੰਡ ਵਾਲਿਆਂ ਨੇ ਗੁਰੂ ਘਰ ਨਾਲ ਬੜਾ ਭਾਰੀ ਵਿਰੋਧ ਰਚਿਆ ਹੈ। ਇਹਨਾਂ ਨੇ ਆਪਣੀ ਦੁਸ਼ਮਣੀ ਸਾਬਤ ਕੀਤੀ ਹੈ। ਚਹਿਤ ਹਤੇ ਕ੍ਰੁੱਧ ਕਰ ਜੁੱਦਾ। ਮਹਾਰਾਜ ਚਾਹੀਦਾ ਕਿ ਬੀਰਸ ਧਾਰਨ ਕਰਕੇ ਖਾਲਸਾ ਜਾਵੇ ਤੇ ਕਲਮੋਟ ਪਿੰਡ ਨੂੰ ਉਜਾੜ ਕੇ ਥੇ ਬਣਾ ਦੇਵੇ ਔਰ ਇਹਨਾਂ ਸਾਰੇ ਜਰਵਾਣਿਆਂ ਨੂੰ ਸੋਧਾ ਲਾ ਕੇ ਜਮਪੁਰੀ ਟੋਰ ਦੇਵੇ। ਸੁਨ ਪ੍ਰਭ ਕੋ ਰਿਸ ਭਈ ਕਨੇਰੀ। ਹਾਲੇ ਕੁਝ ਸਮਾਂ ਸਿੰਘ ਪਹਿਲਾਂ ਕਹਿ ਹੀ ਰਹੇ ਸੀ, ਗੁਰੂ ਸਾਹਿਬ ਮਹਾਰਾਜ ਜੰਗ ਨਹੀਂ ਕੀਤਾ, ਕਈ ਦਿਨ ਹੋ ਗਏ ਨੇ, ਵਿਹਲੇ ਬੈਠੇ ਆ। ਮਹਾਰਾਜ ਜੀ ਕਹਿੰਦੇ ਲਓ ਵੀ ਆ ਗਿਆ ਮੌਕਾ ਜੰਗ ਦਾ। ਲਓ ਖਾਲਸਾ ਜੀ, ਜੰਗ ਤਾਂ ਤੁਹਾਡੇ ਗਲ ਪਾਏ ਹੋਏ ਨੇ ਤੇ ਜੰਗ ਯੁੱਧ ਹੁਣ ਤੁਸੀਂ ਫਿਰ ਲੜਨੇ ਨੇ। ਮਹਾਰਾਜ ਜੀ ਬੀਰਸ ਵਿੱਚ ਆਏ, ਗਰਜਵੀਂ ਆਵਾਜ਼ ਦੇ ਵਿੱਚ ਬੋਲੇ, ਜਲਤ ਅਗਨ ਆਹੁਤੀ ਜਨ ਗੇਰੀ। ਪਾਤਸ਼ਾਹ ਤਾਂ ਪਹਿਲਾਂ ਹੀ ਬੀਰ ਰਸ ਵਿੱਚ ਸਨ। ਜਦੋਂ ਆਲਮ ਸਿੰਘ ਨੇ ਦੱਸਿਆ ਨਾ ਮਹਾਰਾਜ, ਉਹਨਾਂ ਨੇ 2 ਸਿੰਘ ਪਹਿਲਾਂ ਵੀ ਸ਼ਹੀਦ ਕੀਤੇ ਨੇ ਸਿਰ ਵੱਢ ਕੇ ਕਲਮੋਟ ਵਾਲਿਆਂ ਨੇ। ਤੇ ਕਹਿੰਦੇ ਮਾਨੋ ਜਿਵੇਂ ਬਲਦੀ ਹੋਈ ਅੱਗ ਦੇ ਉੱਤੇ ਕਿਸੇ ਨੇ ਘਿਓ ਪਾ ਕੇ ਉਹਨੂੰ ਹੋਰ ਪ੍ਰਚੰਡ ਕਰ ਦਿੱਤਾ ਹੋਵੇ। ਸਤਿਗੁਰੂ ਪਹਿਲਾਂ ਹੀ ਬੀਰ ਰਸ ਵਿੱਚ ਸਨ। ਜਦੋਂ ਆਲਮ ਸਿੰਘ ਹੋਣਾ ਨੇ ਦੱਸਿਆ ਕਿ ਮਹਾਰਾਜ ਉਹਨਾਂ ਕਲਮੋਟ ਵਾਲੇ ਕਲਮੋਇਆਂ ਨੇ 2 ਸਿੰਘ ਪਹਿਲਾਂ ਵੀ ਸ਼ਹੀਦ ਕੀਤੇ ਨੇ, ਇਹ ਸੁਣਦਿਆਂ ਮਹਾਰਾਜ ਜੀ ਦਾ ਬੀਰ ਰਸ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ। ਆਲਮ ਸਿੰਘ ਕੇ ਸੰਗ ਉਚਾਰੀ। ਪਾਤਸ਼ਾਹ ਨੇ ਬਚਨ ਕੀਤਾ, ਭਾਈ ਆਲਮ ਸਿੰਘ ਨੂੰ ਕਹਿਣ ਲੱਗੇ, ਚਹਿਤ ਖਾਲਸਾ ਕਰੀਏ ਤਿਆਰੀ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਤਿਆਰੀ ਕਰੋ, ਕਮਰ ਕਸੇ ਕਰੋ, ਹੁਣ ਦੇਰੀ ਨਹੀਂ ਲਾਉਣੀ। ਜੰਗ ਸਮਾਜ ਤਬੇ ਵਰਤਾਇਓ। ਜੰਗ ਦਾ ਜਿੰਨਾ ਸਰਾਜ ਸਾਜ ਹੁੰਦਾ ਹੈ, ਸ਼ਸਤਰ ਅਸਤਰ ਬਰੂਦ ਗੋਲੀ ਸਿੱਕਾ, ਉਹ ਸਾਰਿਆਂ ਵਿੱਚ ਵਰਤਾ ਦਿਓ। ਜਾਮਨ ਬੀਤੀ ਭੋਰ ਹੋਏ ਆਇਓ। ਕਿਉਂਕਿ ਸ਼ਾਮ ਪੈ ਚੁੱਕੀ ਸੀ ਤੋ ਰਾਤ ਸਾਰੀ ਜਿਹੜੀ ਉਹ ਤਿਆਰੀ ਕਰ ਲਈ, ਦਿਨ ਚੜ ਗਿਆ ਅਗਲਾ। ਹੁਕਮ ਕਰਿਓ ਪ੍ਰਭ ਬਜੇ ਨਗਾਰਾ। ਸਾਹਿਬਾਂ ਨੇ ਹੁਕਮ ਕੀਤਾ, ਨਗਾਰਚੀ ਨੂੰ ਨਗਾਰੇ ਤੇ ਚੋਬਾ ਲਾਓ, ਨਗਾਰਾ ਵੱਜੇ ਗਰਜੇ। ਸਕਲ ਖਾਲਸਾ ਚੜੇ ਸ਼ਿਕਾਰਾ। ਖਾਲਸਾ ਅੱਜ ਸ਼ਿਕਾਰ ਤੇ ਚੜੇਗਾ, ਮਹਾਰਾਜ ਜੀ ਨੇ ਹੁਕਮ ਕੀਤਾ। ਪਰੇ ਤੁਰੰਗਨ ਪਰ ਬਰਜ਼ੀਨ। ਘੋੜਿਆਂ ਤੇ ਸੋਹਣੀਆਂ ਕਾਠੀਆਂ ਪਾ ਕੇ ਸਿੰਘ ਘੋੜੇ ਸ਼ਿੰਗਾਰਨ ਲੱਗੇ।
ਪੂਰਬ ਪ੍ਰਭੂ ਅਰੂਡਨ ਕੀਨ। ਪਹਿਲਾਂ ਸਭ ਤੋਂ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਹੋਏ। ਪਰੀ ਦੋ ਚੋਬ ਖਾਲਸਾ ਚੜਿਓ। ਜਦੋਂ ਦੋਹਰੀ ਚੋਬ ਲੱਗੀ ਤੇ ਫਿਰ ਖਾਲਸਾ ਵੀ ਸਵਾਰ ਹੋ ਕੇ ਚੜ ਪਿਆ। ਸ਼ਸਤਰਨ ਸਹਿਤ ਵੀਰ ਰਸ ਵੱਡਿਓ। ਸਾਰੇ ਸ਼ਸਤਰਾਂ ਦੇ ਸਹਿਤ ਨੇ, ਸਭ ਅੰਦਰ ਵੀਰ ਰਸ ਵਧਿਆ ਹੋਇਆ। ਕ੍ਰੋਧਿਤ ਪ੍ਰਭੂ ਕਰਿਓ ਪ੍ਰਸਥਾਨਾ। ਵੀਰ ਵੀਰ ਰਸ ਵਿੱਚ ਭਰਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਲਸੇ ਸਮੇਤ ਬਿਪੌਰ ਤੋਂ ਪ੍ਰਸਥਾਨ ਕੀਤਾ ਹੈ। ਥਰ ਹਰ ਪ੍ਰਿਥਵੀ ਕੰਪ ਮਹਾਨਾ। ਜਦੋਂ ਵੀਰ ਰਸ ਸਹਿਤ ਸਤਿਗੁਰੂ ਖਾਲਸੇ ਸਮੇਤ ਚੜੇ ਨੇ ਤੇ ਧਰਤੀ ਵੀ ਥਰ ਹਰ ਕੰਬਦੀ ਆ ਡਰ ਨਾਲ, ਮਹਾਰਾਜ ਜੀ ਦੇ ਭੈ ਵਿੱਚ, ਕਿਉਂਕਿ ਮਹਾਰਾਜ ਜੀ ਦੇ ਡਰ ਦੇ ਵਿੱਚ ਹੀ ਇਹ ਧਰਤੀ ਦੱਬੀ ਹੋਈ ਹੈ। ਸਵਈਆ ਵਾਯੂ ਸਮਾਨ ਸੁਬੇਗ ਕੁਤਾਰ। ਜਿਵੇਂ ਕੋਈ ਤੇਜ਼ ਹਨੇਰੀ ਚੱਲਦੀ ਹੈ, ਹਵਾ ਚੱਲਦੀ ਹੈ, ਏਦਾਂ ਪਾਤਸ਼ਾਹ ਚੱਲੇ ਹਨ। ਚਲੇ ਗੁਰ ਮਾਰਗ ਮੈਂ ਸਹਿਸਾਈ। ਬੜੀ ਛੇਤੀ ਨਾਲ, ਕਾਹਲੀ ਨਾਲ, ਹਵਾ ਵਾਂਗੂ, ਹਨੇਰੀ ਵਾਂਗੂ ਚੱਲੇ ਹਨ। ਦੁੰਦਪ ਨਾਦ ਸੁਨਿਓ ਜੈ ਲੋ ਸਭ। ਜਦੋਂ ਨਗਾਰੇ ਦੀ ਆਵਾਜ਼ ਦੂਰ ਤੱਕ ਲੋਕ ਸੁਣਦੇ ਨੇ, ਕੰਪ ਉਠੀ ਗਨ ਲੋਕ ਲੁਕਾਈ। ਜਿੰਨੇ ਲੋਕ ਲੁਕਾਈ ਸੀ ਨਗਾਰੇ ਦੀ ਆਵਾਜ਼ ਸੁਣ ਕੇ ਕੰਬ ਉੱਠੀ। ਕੌਣ ਪੈ ਕੋਪ ਕਰਿਓ ਪ੍ਰਭ ਧਾਵਤ। ਕਹਿੰਦੇ ਅੱਜ ਕਿਹਦੀ ਸ਼ਾਮਤ ਆਈ ਆ? ਸਤਿਗੁਰੂ ਜੀ ਚੜੇ ਨੇ ਸ਼ਿਕਾਰ ਤੇ ਨਗਾਰਾ ਵੱਜ ਰਿਹਾ ਹੈ। ਕਿਹੜਾ ਐਸਾ ਜਿਹਨੇ ਮਾੜੀ ਭੈੜੀ ਕਰਤੂਤ ਕੀਤੀ ਹੈ, ਜਿਸ ਨੂੰ ਸੋਧਾ ਲਾਣ ਲਈ ਮਹਾਰਾਜ ਜੀ ਜਾ ਰਹੇ ਨੇ? ਕੌਣ ਕੀ ਮ੍ਰਿਤਿਉ ਅਬੇ ਨਿਰਾਈ। ਕਿਹਦੀ ਮੌਤ ਆ ਗਈ ਹੈ ਨੇੜੇ? ਕੋਨੇ ਚਾਹਤ ਆਪ ਕੋ ਜੀਵਨ। ਕਿਹੜਾ ਇਹੋ ਜਿਹਾ ਜਿਹਨੇ ਖਾਲਸੇ ਨਾਲ, ਸਤਿਗੁਰਾਂ ਨਾਲ ਵੈਰ ਲਾਇਆ? ਕਿਹੜਾ ਇਹੋ ਜਿਹਾ ਜਿਹੜਾ ਆਪਣਾ ਜੀਵਨ ਨਹੀਂ ਚਾਹੁੰਦਾ, ਆਪਣੀ ਜ਼ਿੰਦਗੀ ਨਹੀਂ ਲੋੜਦਾ? ਕੀਨ ਬਿਗਾੜ ਨਹੀਂ ਸੁਧ ਪਾਈ। ਕਿਸ ਨੇ ਇਹੋ ਜਿਹਾ ਵਿਗਾੜ ਕੀਤਾ ਜਿਹਨੂੰ ਸਤਿਗੁਰਾਂ ਦੀ ਸੁਧ ਨਹੀਂ, ਮਹਾਰਾਜ ਜੀ ਦੀ ਖਬਰ ਨਹੀਂ? ਜਾਤ ਸੁਮਾਰਗ ਛੋਰ ਤੁਫੰਗਨ। ਕਹਿੰਦੇ ਸਿੰਘ ਤਿਆਰ ਬਰ ਤਿਆਰ ਹੋਏ ਰਸਤੇ 'ਚ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਜਾ ਰਹੇ ਨੇ, ਹਵਾਈ ਫਾਇਰ ਕਰਦੇ ਜਾ ਰਹੇ ਨੇ। ਤਾਂਕ ਪਰੀ ਗਿਰ ਦੇਸ਼ ਮਝਾਰੀ। ਇੱਕ ਵਾਰ ਫੇਰ ਉਧਰ ਬਿਲਾਸਪੁਰ ਤੱਕ ਰਾਜਧਾਨੀ ਵਿੱਚ ਬੈਠੇ ਭੀਮ ਚੰਦ ਦੇ ਕਿਲੇ ਦੀਆਂ ਕੰਧਾਂ ਕੰਬ ਉੱਠੀਆਂ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਕੁਪਿਓ। ਸਭ ਨੂੰ ਪਤਾ ਲੱਗ ਗਿਆ ਪਹਾੜੀ ਰਿਆਸਤਾਂ ਦੀਆਂ 22 ਧਾਰ ਦੀਆਂ ਰਿਆਸਤਾਂ ਵਿੱਚ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀਰ ਰਸ ਵਿੱਚ ਆ ਕੇ ਚੜੇ ਹਨ। ਮਤਹੀਨ ਕਹੋ ਕਿਨ ਕੀਨ ਬਿਗਾਰੀ। ਕਿਹੜੇ ਮਤਹੀਣੇ ਖੋਟੇ ਬੰਦੇ ਨੇ ਗੁਰੂ ਘਰ ਦਾ ਵਿਗਾੜ ਕੀਤਾ, ਗੁਰੂ ਖਾਲਸੇ ਨਾਲ ਵਿਗਾੜ ਕੀਤਾ? ਕੌਣ ਐਸਾ ਜਿਹਦੀ ਅੱਜ ਸ਼ਾਮਤ ਆਈ ਹੈ? ਭਾਜਤ ਏਕ ਮਾਂ ਔਰ ਤਰਾਸਤ। ਜਿਹੜੇ ਖਾਲਸੇ ਨਾਲ ਮਾੜਾ ਮੋਟਾ ਵਿਰੋਧ ਰੱਖਦੇ ਸੀ, ਉਹਨਾਂ ਆਖਿਆ ਕਿਤੇ ਸਾਡੇ ਵਾਲੀ ਨਾ ਆਉਂਦੇ ਹੋਣ। ਉਹ ਛੱਡ ਕੇ ਘਰਾਂ ਨੂੰ ਦੌੜਨ ਲੱਗੇ, ਭੱਜਣ ਲੱਗੇ। ਇੱਕ ਦੁਰੇ ਨੇ ਦੇਹ ਦਿਖਾਰੀ। ਇੱਕ ਜਾ ਕੇ ਲੁਕ ਕੇ ਬਹਿਣ ਲੱਗੇ, ਕਿਤੇ ਕੰਦਰ ਵਿੱਚ ਲੁਕ ਜਾਂਦੇ ਨੇ, ਦਿਖਾਈ ਨਹੀਂ ਦਿੰਦੇ। ਤੇਜ ਤਰੇ ਬਲ ਪੂਰ ਪਰੇ ਇਮ। ਔਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਤੇਜ ਪ੍ਰਤਾਪ ਜੋ ਪੂਰਨ ਬਲ ਨਾਲ ਭਰਿਆ ਹੋਇਆ ਉਹਨਾਂ ਨੂੰ ਦਿਸਦਾ ਹੈ। ਜਾਤ ਪਲੀ ਪ੍ਰਭ ਕੀ ਅਸਵਾਰੀ। ਮਹਾਰਾਜ ਜੀ ਦੀ ਸਵਾਰੀ ਜਾ ਰਹੀ ਹੈ। ਗੁਰਦੇਵ ਦਾ ਘੋੜਾ ਬਲ ਨਾਲ ਭਰਿਆ, ਤੇਜ ਨਾਲ ਭਰਿਆ ਜਾ ਰਿਹਾ ਹੈ। ਬਾਜਤ ਦੀ ਨਿਸ਼ਾਨ ਪਿਆਨਤ। ਨਾਲ ਨਗਾਰੇ ਵੱਜ ਰਹੇ ਨੇ, ਨਾਲ ਨਿਸ਼ਾਨ ਸਾਹਿਬ ਦੇ ਫਰਲੇ ਝੂਲਦੇ ਜਾ ਰਹੇ ਨੇ। ਛੋਰ ਨਿਸ਼ਾਨ ਕੋ ਚੀਰ ਦਿਓ। ਨਿਸ਼ਾਨ ਸਾਹਿਬ ਦੇ ਫਰਲੇ ਖੋਲ ਦਿੱਤੇ ਨੇ, ਨੀਲੇ ਤੇ ਕੇਸਰੀ ਨਿਸ਼ਾਨ ਝੂਲਦੇ ਜਾ ਰਹੇ ਨੇ। ਯੋਂ ਪਰ ਰੇ ਪਹਿਰਾਵਤ ਹੈ। ਕਹਿੰਦੇ ਫਰਲੇ ਨਿਸ਼ਾਨ ਸਾਹਿਬ ਦੇ ਝੂਲਦੇ ਇਸ ਤਰ੍ਹਾਂ ਦਿਸਦੇ ਨੇ। ਜਨ ਪੌਣ ਲਗੇ ਕਨ ਜਾਤ ਤਯੋ। ਕਹਿੰਦੇ ਜਿਵੇਂ ਹਵਾ ਦੇ ਨਾਲ, ਹਵਾ ਚੱਲੇ ਤੇ ਬੱਦਲ ਨਹੀਂ ਦਿਸਦੇ ਜਾਂਦੇ ਹੋਏ, ਏਦਾਂ ਫਰਲੇ ਜਿਹੜੇ ਨੇ ਨਿਸ਼ਾਨ ਸਾਹਿਬਾਂ ਦੇ, ਉਹ ਨਾਲ ਝੂਲਦੇ ਦਿਸਦੇ ਹਨ। ਪੂਰਨ ਆਏ ਉਲੰਘ ਨਦੀ ਕੋ। ਏਦਾਂ ਦਰਿਆ ਪਾਰ ਕਰਕੇ, ਨਦੀ ਪਾਰ ਕਰਕੇ ਲੰਘ ਕੇ ਆ ਗਏ ਸਤਿਗੁਰੂ ਖਾਲਸੇ ਸਮੇਤ। ਪੈਂਡ ਬੜੋ ਕਲ ਮੋਟ ਲਿਓ। ਕਲਮੋਟ ਦਾ ਬਿਪੌਰ ਸਾਹਿਬ ਤੋਂ ਵਾਹਵਾ ਪੈਂਡਾ ਪੈ ਜਾਂਦਾ, ਇੱਕੋ ਦਿਨ ਚ ਪੈਂਡਾ ਤੈਅ ਕਰ ਲਿਆ। ਉੱਚ ਕਈ ਪਹੁੰਚੇ ਤਿੰਨ ਪੈ। ਔਰ ਕਹਿੰਦੇ ਛੇਤੀ ਨਾਲ ਹੀ ਚੱਲ ਕੇ ਕਲਮੋਟ ਆ ਪਹੁੰਚੇ। ਗਿਰ ਪੈ ਚੜ ਦੇਖਨ ਦੁਰਗ ਕੀਓ। ਔਰ ਇੱਕ ਉੱਚੇ ਪਹਾੜ ਤੇ ਚੜ ਕੇ ਵੇਖਿਆ ਕਲਮੋਟ ਦਾ ਕਿਲਾ।
ਕਿ ਇੱਕ ਕਲਮੋਟ ਦਾ ਕਿਲਾ ਜਿੱਥੇ ਸਾਰੇ ਗੁੱਜਰ ਤੇ ਰੰਗੜ ਆਕੀ ਹੋ ਕੇ ਬੈਠੇ ਨੇ ਬੜੇ ਗਰੂਰ ਨਾਲ ਕਿ ਸਾਡੇ ਇਸ ਕਿਲੇ ਨੂੰ ਨਹੀਂ ਕੋਈ ਤੋੜ ਸਕਦਾ। ਯੋ ਉਮੜਿਓ ਦਲ ਗੋਬਿੰਦ ਸਿੰਘ ਕੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਦਲ ਇਸ ਤਰ੍ਹਾਂ ਉਮੜ ਕੇ ਆਇਆ। ਵਾਰ ਨ ਪਾਰ ਸੋ ਮਾਰਨ ਧਾਇਓ। ਕਹਿੰਦੇ ਵਾਰ ਪਾਰ ਨਜ਼ਰ ਨਹੀਂ ਆਉਂਦਾ, ਮਾਰਨ ਲਈ ਹੱਲੇ ਕਰਨ ਲਈ ਆਇਆ ਹੈ। ਆਇਸ ਦੀਨ ਪ੍ਰਭੂ ਰਸਕੀਨ। ਗੁਰਦੇਵ ਨੇ ਭਾਰੀ ਬੀਰਸ ਭੇਜਿਆ ਹੋਇਆ ਖਾਲਸੇ ਨੂੰ ਆਗਿਆ ਕੀਤੀ, ਹੁਕਮ ਕੀਤਾ। ਲਿਜੈ ਸਭ ਚੀਨ ਵਤ ਸਮਦਾਇਓ। ਮਹਾਰਾਜ ਜੀ ਕਹਿੰਦੇ ਜਾਓ ਖਾਲਸਾ ਜੀ, ਜਿਹੜੀਆਂ ਵਸਤੂਆਂ ਸੰਗਤ ਕੋਲੋਂ ਇਹਨਾਂ ਮਲੇਛਾਂ ਨੇ ਖੋਈਆਂ ਨੇ ਉਹ ਖੋ ਕੇ ਲੈ ਆਓ ਵਾਪਸ ਇਹਨਾਂ ਕੋਲੋਂ। ਸ਼੍ਰੋਨ ਵਿਖੇ ਸੁਨ ਸਿੰਘ ਰਿਸੇ ਮਨ। ਮਹਾਰਾਜ ਜੀ ਦੇ ਬਚਨ ਕੰਨਾਂ ਦੇ ਦੁਆਰਾ ਜਦੋਂ ਭਾਈ ਬਚਿੱਤਰ ਸਿੰਘ, ਆਲਮ ਸਿੰਘ ਵਰਗੇ ਯੋਧਿਆਂ ਨੇ ਸੁਣੇ, ਸੁਣਦਿਆਂ ਵੀਰ ਰਸ ਵਿੱਚ ਭਿੱਜ ਗਏ। ਧਾਏ ਪਰੇ ਗਨ ਰੋਰ ਉਠਾਇਓ। ਹੱਲਾ ਕੀਤਾ ਕਲਮੋਟ ਨਗਰ ਦੇ ਵਿੱਚ ਜਾ ਕੇ ਜ਼ੋਰ ਨਾਲ। ਘੇਰ ਲਿਓ ਕਲਮੋਟ ਕੋਟ। ਕਲਮੋਟ ਨਗਰ ਦਾ ਜਿਹੜਾ ਕਿਲਾ ਸੀ ਉਹਨੂੰ ਘੇਰਾਬੰਦੀ ਪਾ ਕੇ ਖਾਲਸੇ ਨੇ ਘੇਰ ਲਿਆ। ਚਲੀ ਬੋ ਦੋਟਨ ਓਟ ਕੋ ਪਾਇਓ। ਦੋਹਾਂ ਪਾਸਿਓਂ ਗੋਲੀਆਂ ਚੱਲਣ ਲੱਗੀਆਂ, ਦਗਣ ਲੱਗੀਆਂ ਹਨ। ਧਾਮਨ ਜਾਏ ਪ੍ਰਵੇਸ਼ ਪਏ। ਜਿਹੜੇ ਕਲਮੋਟ ਨਗਰ ਦੇ ਪਿੰਡ ਸਨ, ਉਹਨਾਂ ਪਿੰਡ ਦੇ ਘਰ ਸਨ, ਉਹਨਾਂ ਘਰਾਂ ਵਿੱਚ ਖਾਲਸਾ ਜਾ ਪਹੁੰਚਿਆ। ਬਹੁ ਤਰਾਸ ਦਏ ਖਲ ਭਾਜ ਗਏ। ਔਰ ਉੱਥੇ ਜਦੋਂ ਜਾ ਕੇ ਖਾਲਸੇ ਨੇ ਆਪਣਾ ਪ੍ਰਤਾਪ ਵਿਖਾਇਆ, ਬਹੁਤ ਸਾਰੇ ਮੂਰਖ ਘਰ ਛੱਡ ਕੇ ਭੱਜ ਗਏ। ਕੀਤਕ ਹੱਥ ਤੁਪੰਗਨ ਲੈ ਕਸ। ਕਈਆਂ ਨੇ ਅੱਗੋਂ ਹੱਥਾਂ ਵਿੱਚ ਬੰਦੂਕਾਂ ਪਕੜ ਕੇ ਤਿਆਰ ਕਰਕੇ ਮਾਰਤ ਸਿੰਘਨ ਤਾਕ ਲਏ। ਉਹ ਸਿੰਘਾਂ ਨੂੰ ਤੱਕ ਕੇ ਮਾਰਨ ਦੀ ਤਿਆਰੀ ਕਰਨ ਲੱਗੇ। ਅੱਗੋਂ ਖਾਲਸੇ ਨੂੰ ਉਹਨਾਂ ਨੂੰ ਸੋਧਾ ਲਾ ਦਿੱਤਾ। ਉੱਚੇ ਆਵਾਸਨ ਹੋਏ ਮਵਾਸ। ਉੱਚੇ ਥਾਂ ਤੇ ਖਲੋ ਕੇ ਆਕੀ ਹੁੰਦੇ ਨੇ ਕਲਮੋਟ ਪਿੰਡ ਦੇ ਗੁੱਜਰ ਤੇ ਰੰਗੜ। ਚਲਾਏ ਬੰਦੂਕਨ ਕਾਏ ਕਾਏ। ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਕੁਝ ਸਿੰਘਾਂ ਨੂੰ ਜ਼ਖਮੀ ਕੀਤਾ। ਤੋ ਅਵਲੋਕ ਕਿਰਪਾਨਨ ਖੈਂਚ ਕੇ। ਫਿਰ ਸਿੰਘਾਂ ਨੇ ਜਦੋਂ ਵੇਖਿਆ ਵੀ ਇਦਾਂ ਇਹ ਕਰ ਰਹੇ ਨੇ ਤਾਂ ਖਾਲਸੇ ਨੇ ਕਿਰਪਾਨਾਂ ਧੂਈਆਂ। ਸ਼ਤਰੂ ਗਵਾਰ ਸੋ ਮਾਰ ਦੀਏ। ਜਿਹੜੇ ਗਵਾਰ ਲੋਕ ਸਨ ਇਸ ਪਿੰਡ ਦੇ ਬੇਸਮਝ ਖਾਲਸੇ ਨੇ ਮਾਰ ਮੁਕਾਏ। ਹੋਣ ਲਗੇ ਕਟਿਆਪੁਰ ਮੈਂ। ਨਗਰ ਵਿੱਚ ਕਟਾ ਵੱਡੀ ਸ਼ੁਰੂ ਹੋ ਗਈ। ਠਹਿਰੇ ਨੇ ਪੈਰ ਮਾਂ ਡਰ ਪਾਏ। ਹੁਣ ਜਦੋਂ ਖਾਲਸੇ ਦੀ ਤਲਵਾਰ ਚੱਲਦੀ ਤੇ ਕਿਹਨੇ ਅੱਗੇ ਖਲੋਣਾ, ਨਹੀਂ ਖਲੋ ਸਕੇ। ਡਰ ਦੇ ਨਾਲ ਕਿਸੇ ਦੇ ਪੈਰ ਨਹੀਂ ਅੜੇ। ਕੀਤਕ ਸਾਮੂਹੇ ਹੋਏ ਮਰੇ ਰਣ। ਕੁਝ ਤਾਂ ਖਾਲਸੇ ਦੇ ਸਾਹਮਣੇ ਹੋ ਕੇ, ਸਨਮੁਖ ਹੋ ਕੇ ਲੜ ਕੇ ਮਰੇ। ਕੀਤਕ ਕਾਤੁਰ ਹੋਏ ਪਲਾਏ। ਔਰ ਕੁਝ ਕਾਇਰ ਤੇ ਗੀਦੀ ਹੋ ਕੇ ਭੱਜ ਕੇ ਚਲੇ ਗਏ। ਮਾਰ ਪਰੀ ਦੁਰਜਾਨ ਕੇ ਉੱਪਰ। ਦੁਰਜਨਾਂ ਦੇ ਉੱਤੇ ਬੜੀ ਭਿਆਨਕ ਮਾਰ ਖਾਲਸੇ ਦੀ ਪਈ। ਘਾਇਲ ਹੋਏ ਤਰ ਪੈ ਤਰਫਾਏ। ਬਹੁਤ ਸਾਰੇ ਘਾਇਲ ਹੋਏ, ਜ਼ਖਮੀ ਹੋਏ, ਜੰਗ ਦੇ ਮੈਦਾਨ ਵਿੱਚ ਧਰਤੀ ਤੇ ਡਿੱਗੇ ਤੜਫਦੇ ਹਨ। ਕੋ ਕਰ ਜੋਰ ਨਿਹੋਰਤ ਹੈ। ਕਈ ਹੱਥ ਜੋੜ ਕੇ ਬੇਨਤੀ ਕਰਦੇ ਖਾਲਸੇ ਅੱਗੇ। ਮੁਖ ਮੋਰਤ ਹੈ ਨ ਕਨੇਰ ਪਕਾਏ। ਔਰ ਕਹਿੰਦੇ ਸਾਨੂੰ ਜੀ ਖਿਮਾ ਕਰ ਦਿਓ, ਜਿਹੜਾ ਤਾਂ ਸ਼ਰਨ ਪੈ ਜਾਂਦਾ ਮੂੰਹ ਚ ਘਾਹ ਪਾ ਕੇ ਉਹਨੂੰ ਨਹੀਂ ਖਾਲਸਾ ਮਾਰਦਾ। ਕੀਤਕ ਮਾਰ ਤੁਪੰਗਨ ਅੰਗਨ। ਕਹਿੰਦੇ ਕਈਆਂ ਨੂੰ ਬੰਦੂਕਾਂ ਦੀਆਂ ਗੋਲੀਆਂ ਨਾਲ ਮਾਰਿਆ। ਰੰਗ ਸੁਰੰਗ ਕਰੇ ਤਤਕਾਲਾ। ਕਹਿੰਦੇ ਲਾਲ ਰੰਗ ਦੇ ਖੂਨ ਦੇ ਨਾਲ ਰੰਗ ਕੇ ਰੱਖ ਦਿੱਤੇ। ਕਿ ਚਿਤ ਕੇ ਤਨ ਮਾਰ ਕਿਰਪਾਨਨ। ਕਈਆਂ ਦੇ ਸਰੀਰਾਂ ਤੇ ਤਲਵਾਰਾਂ ਦੇ ਨਾਲ ਵਾਰ ਕੀਤੇ। ਘੇਰ ਲਿਏ ਕਰ ਕਾਵ ਕਰਾਲਾ। ਔਰ ਘੇਰ ਕੇ ਤਿਨਾਂ ਨੂੰ ਚੰਗੀ ਤਰ੍ਹਾਂ ਘਾਇਲ ਕੀਤਾ, ਜ਼ਖਮੀ ਕੀਤਾ। ਧਾਮ ਉਤੰਗਨ ਕੋ ਤਜ ਕੈ। ਜਿਹੜੇ ਉੱਚੇ ਘਰ ਬਣੇ ਹੋਏ ਸੀ ਕਲਮੋਟ ਵਿੱਚ ਉਹਨਾਂ ਨੂੰ ਛੱਡ ਕੇ ਭਜ ਕੈ ਸਭ ਕੋਟ ਕੋ ਓਟ ਸੰਭਾਲਾ। ਉਹਨਾਂ ਵਿੱਚੋਂ ਭੱਜ ਕੇ ਬਹੁਤ ਸਾਰੇ ਕਿਲੇ ਦੇ ਵਿੱਚ ਜਾ ਵੜੇ ਆਪਣੀਆਂ ਜਾਨਾਂ ਬਚਾਉਣ ਲਈ। ਬਾਹਰ ਜੇਤਕ ਜ਼ਾਹਰ ਥੇ ਸਭ। ਜਿਹੜੇ ਬਾਹਰ ਪ੍ਰਗਟ ਸਨ, ਜ਼ਾਹਰ ਸਨ। ਮਾਰ ਲਿਏ ਬੜ ਆਹਰ ਨਾਲਾ। ਬੜੇ ਵੱਡੇ ਆਹਰ ਨਾਲ ਖਾਲਸੇ ਨੇ ਮਾਰ ਮੁਕਾਏ। ਬਹੁਤੇ ਜੇ ਉਹੀ ਬਚੇ ਜਿਹੜੇ ਕਿਲੇ ਦੇ ਵਿੱਚ ਭੱਜ ਕੇ ਜਾ ਕੇ ਵੜ ਗਏ। ਲੂਟ ਲਿਏ ਅਰ ਕੂਟ ਦੀਏ। ਸਾਰਾ ਨਗਰ ਖਾਲਸੇ ਨੇ ਲੁੱਟ ਮਾਰ ਕਰ ਲਿਆ। ਅਰ ਫੂਟ ਗਏ ਸਿਰ
ਛੂਟਸ ਪ੍ਰਾਨਾ। ਦੁਸ਼ਮਣਾਂ ਦੇ ਸਿਰ ਟੁੱਟ ਗਏ ਤੇ ਪ੍ਰਾਣ ਉਹਨਾਂ ਦੇ ਛੁੱਟ ਗਏ। ਗ੍ਰਾਮ ਕੇ ਤਾਰਨ ਸਿੰਘ ਬਰੇ। ਔਰ ਬਹੁਤ ਸਾਰੇ ਪਿੰਡਾਂ ਦੀਆਂ ਘਰਾਂ ਦੇ ਵਿੱਚ ਖਾਲਸਾ ਸਿੰਘ ਜਾ ਵੜੇ ਤਿਨ ਤ੍ਰੀਅਨ ਦੇ ਕਰ ਤਰਾਸ ਮਾਨਾ। ਤੇ ਉਹਨਾਂ ਘਰਾਂ ਵਿੱਚ ਇਸਤਰੀਆਂ ਤੇ ਬੱਚੇ ਸਨ। ਜਦੋਂ ਖਾਲਸੇ ਨੇ ਵੇਖਿਆ ਕਿ ਇਹਨਾਂ ਦੇ ਮਰਦ ਜਿਹੜੇ ਨੇ ਕੁਝ ਮਾਰੇ ਗਏ ਤੇ ਭੱਜ ਕੇ ਬਹੁਤੇ ਕਿਲੇ ਵਿੱਚ ਜਾ ਵੜੇ ਨੇ। ਤੋ ਵੇਖੋ ਖਾਲਸੇ ਦੀ ਖਾਲਸਾ ਜੀ ਧਰਮ ਜੰਗ ਦੀ ਬਿਰਤੀ, ਧਰਮ ਯੁੱਧ ਦੀ ਬਿਰਤੀ। ਜਿਹੜੀਆਂ ਇਸਤਰੀਆਂ ਸਨ ਘਰਾਂ ਵਿੱਚ ਜਾਂ ਜਿਹੜੇ ਬੱਚੇ ਸਨ, ਖਾਲਸੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਖਾਲੀ ਕਰਕੇ ਚਲੇ ਜਾਓ। ਖਾਲਸੇ ਨੇ ਇਸਤਰੀ ਤੇ ਬੱਚੇ ਤੇ ਵਾਰ ਨਹੀਂ ਕਰਨਾ। ਉਹ ਅੱਗੋਂ ਹੁਣ ਘਰ ਛੱਡ ਕੇ ਕੌਣ ਜਾਵੇ? ਉਹ ਕਹਿੰਦੀਆਂ ਜੀ ਸਾਡਾ ਘਰ ਹੈ। ਖਾਲਸੇ ਨੂੰ ਪਤਾ ਜਦੋਂ ਜੰਗ ਯੁੱਧ ਹੋਣਾ ਤੇ ਜੰਗ ਯੁੱਧ ਦੇ ਦੌਰਾਨ ਇਹਨਾਂ ਦਾ ਨੁਕਸਾਨ ਨਾ ਹੋਵੇ ਤੇ ਫਿਰ ਉਹਨਾਂ ਨੂੰ ਡਰਾਵਾ ਦੇ ਕੇ, ਕਿਉਂਕਿ ਬਿਨਾਂ ਡਰਾਵਾ ਦਿੱਤਿਆਂ ਥੋੜੀ ਕੋਈ ਆਪਣਾ ਘਰ ਛੱਡਦਾ, ਤੇ ਕੱਢਣਾ ਜ਼ਰੂਰੀ ਸੀ ਕਿਉਂਕਿ ਜੰਗ ਹੋ ਰਿਹਾ ਤੇ ਜੰਗ ਦੇ ਦੌਰਾਨ ਕਿਤੇ ਇਸਤਰੀਆਂ ਬੱਚੇ ਮਾਰੇ ਨਾ ਜਾਣ। ਤੋ ਖਾਲਸੇ ਨੇ ਉਹਨਾਂ ਨੂੰ ਡਰ ਦੇ ਕੇ ਕਿ ਤੁਸੀਂ ਆਪਣੀ ਜਾਨ ਬਚਾਉਣੀ ਹੈ ਤੇ ਇਹ ਘਰ ਛੱਡ ਕੇ ਚਲੇ ਜਾਓ। ਉਹਨਾਂ ਇਸਤਰੀਆਂ ਨੂੰ ਔਰ ਉਹਨਾਂ ਬੱਚਿਆਂ ਨੂੰ ਖਾਲਸੇ ਨੇ ਉਹਨਾਂ ਘਰਾਂ ਵਿੱਚੋਂ ਕੱਢ ਕੇ ਰੁਖਸਤ ਕਰ ਦਿੱਤਾ। ਬਾਹਰ ਦੂਰ ਨਿਕਾਰ ਦਈ। ਉਹਨਾਂ ਨੂੰ ਦੂਰ ਬਾਹਰ ਛੱਡ ਕੇ ਆਏ, ਆਪ ਸਿੰਘ ਛੱਡ ਕੇ ਆਏ ਕਿ ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਵੇਖੋ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਨੂੰ ਇਹ ਬਿਰਤੀ ਸਿਖਾ ਰਹੇ ਨੇ ਜੰਗ ਯੁੱਧ ਦੀ, ਕਿ ਜੰਗ ਯੁੱਧ ਦੇ ਦੌਰਾਨ ਅਕਸਰ ਜਿਹੜੇ ਮਲੇਛ ਲੜਦੇ ਸੀ ਨਾ, ਇਹ ਇਸਤਰੀਆਂ ਨੂੰ ਵੀ ਮਾਰਦੇ, ਬੱਚਿਆਂ ਨੂੰ ਵੀ ਮਾਰਦੇ ਕੋਂਦੇ ਸਨ। ਇਸਤਰੀਆਂ ਨੂੰ ਬੇਆਬਰੂ ਕਰਨਾ, ਉਹਨਾਂ ਦੀਆਂ ਇੱਜ਼ਤਾਂ ਲੁੱਟਣੀਆਂ, ਉਹਨਾਂ ਦਾ ਘਾਤ ਕਰਨਾ, ਦੁਰਵਿਵਹਾਰ ਦੇ ਨਾਲ ਉਹਨਾਂ ਨਾਲ ਪੇਸ਼ ਆਉਣਾ, ਇਹ ਬਿਰਤੀਆਂ ਸਾਰੇ ਨਾਲ ਮਲੇਛਾਂ ਦੀਆਂ। ਪਰ ਮਹਾਰਾਜ ਜੀ ਖਾਲਸੇ ਨੂੰ ਕਿੰਨਾ ਉੱਚਾ ਆਦਰਸ਼ ਬਖਸ਼ਿਸ਼ ਕਰ ਰਹੇ ਨੇ ਕਿ ਪਹਿਲਾਂ ਖਾਲਸੇ ਨੇ ਉਹ ਜਿਹੜੀਆਂ ਇਸਤਰੀਆਂ ਬੱਚੇ ਨੇ ਉਹਨਾਂ ਕੋਲੋਂ ਪਿੰਡ ਖਾਲੀ ਕਰਾ ਦਿੱਤਾ ਕਿ ਆਪ ਸਿੰਘ ਛੱਡ ਕੇ ਉਹਨਾਂ ਨੂੰ ਦੂਰ ਆਏ ਜਿੱਥੇ ਉਹ ਸੁਰੱਖਿਅਤ ਸਨ, ਜਿੱਥੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ। ਤੋ ਇਸ ਤਰ੍ਹਾਂ ਉਹਨਾਂ ਨੂੰ ਬਾਹਰ ਛੱਡ ਕੇ ਆਏ। ਦਿਓਸ ਬਿਤਿਓ ਦਿਨ ਨਾਥ ਅਥਿਓ। ਇਹ ਤਾਂ ਪਹਿਲਾ ਦਿਨ ਬੀਤ ਗਿਆ। ਹੁਣ ਉਹ ਕਿਲੇ 'ਚ ਜਾ ਕੇ ਆਕੀ ਹੋ ਗਏ ਸਾਰੇ ਗੁੱਜਰ ਤੇ ਰੰਗੜ। ਇਹਨੇ ਨੂੰ ਸ਼ਾਮ ਪੈ ਗਈ, ਹਨੇਰਾ ਪਸਰਨ ਲੱਗਾ। ਤਮ ਪੁੰਜ ਪਇਓ ਪੈਦਾ ਇੱਕ ਨਾਨਾ। ਤੇ ਇੱਕਦਮ ਜਦੋਂ ਹਨੇਰਾ ਪੈ ਗਿਆ ਤੇ ਹਨੇਰਾ ਬੜਾ ਡਰਾਵਣਾ ਪ੍ਰਤੀਤ ਹੁੰਦਾ। ਘੋਰ ਉਲੂਕ ਸੋ ਬੋਲ ਉਠੇ। ਹੋਰ ਭਿਆਨਕ ਉੱਲੂ ਬੋਲਦੇ ਨੇ ਰਾਤ ਦੇ ਹਨੇਰੇ ਵਿੱਚ। ਕਨ ਜੁੰਬਕ ਆਨ ਪੁਕਾਰ ਕਰੀ। ਬਹੁਤ ਸਾਰੇ ਗਿੱਦੜ ਉੱਚੀ ਆਵਾਜ਼ ਵਿੱਚ ਕੂਕਦੇ ਹਨ। ਕੂਕਰ ਕੂਕਤ ਮਾਸ ਅਧਾਵਤ। ਬਹੁਤ ਸਾਰੇ ਕੁੱਤੇ ਕੂਕਦੇ ਨੇ, ਰੂੜਾਂ ਕੱਢਦੇ ਨੇ, ਨਾਲੇ ਮਾਸ ਖਾਂਦੇ ਨੇ ਜਿਹੜੇ ਸੂਰਮੇ ਮਰੇ ਨੇ ਜੰਗ 'ਚ ਉਹਨਾਂ ਦਾ। ਰੋਰ ਪਰਿਓ ਬਹੁਤਾਏ ਕਰੀ। ਔਰ ਕਹਿੰਦੇ ਬਹੁਤ ਜ਼ਿਆਦਾ ਰੌਰ ਏਦਾਂ ਜੰਗਲੀ ਜਾਨਵਰਾਂ ਦਾ ਉਸ ਘੜੀ ਪਿਆ ਹੋਇਆ। ਦੁਰਗਮ ਵਾਸ ਗਵਾਚਨ ਕੀਨ। ਔਰ ਇਹ ਜਿਹੜੇ ਗੁੱਜਰ ਰੰਗੜ ਸਨ ਪਿੰਡ ਦੇ, ਉਹਨਾਂ ਵਿੱਚੋਂ ਬਹੁਤੇ ਉਸ ਕਿਲੇ ਵਿੱਚ ਜਾ ਕੇ ਆਕੀ ਹੋ ਗਏ ਨੇ, ਬਾਗੀ ਹੋ ਕੇ ਬਹਿ ਗਏ ਨੇ। ਤੋ ਫੰਗਨ ਕੀ ਤਿਨ ਮਾਰ ਤਰੀ। ਉਹ ਅੰਦਰੋਂ ਗੋਲੀਆਂ ਚਲਾਉਂਦੇ, ਕਿਲਾ ਉੱਚੇ ਥਾਂ ਤੇ ਸੀ ਤੇ ਸੁਭਾਵਕ ਸੀ ਸਿੰਘ ਨੀਵੇਂ ਥਾਂ ਤੇ ਸਨ। ਤੋ ਉੱਪਰੋਂ ਉੱਚੇ ਥਾਵਾਂ ਤੋਂ ਗੋਲੀਆਂ ਦਾਗਦੇ ਚਲਾਉਂਦੇ ਨੇ। ਸਿੰਘ ਬਰੇ ਵਿੱਚ ਤਾਮਨ ਕੇ। ਤੇ ਸਿੰਘ ਜਿਹੜੇ ਘਰ ਸੀ ਨਾ ਪਿੰਡ ਦੇ, ਉਹਨਾਂ ਘਰਾਂ ਦੇ ਵਿੱਚ ਵੜ ਗਏ। ਜਹ ਨੀਰ ਕਰਿਓ ਹੱਥ ਲੈ ਅਰੀ। ਔਰ ਦੁਸ਼ਮਣ ਦੇ ਕਿਲੇ ਦੇ ਨੇੜੇ ਨੇੜੇ ਹੁੰਦਿਆਂ ਵੀ, ਘਰਾਂ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ, ਤੋ ਸਿੰਘ ਦੁਸ਼ਮਣ ਦਾ ਜਿਹੜਾ ਕਿਲਾ ਹੈ ਕਲਬੋਟ ਦਾ, ਉਹਦੇ ਨੇੜੇ ਨੇੜੇ ਹੁੰਦੇ ਚਲੇ ਜਾ ਰਹੇ ਨੇ ਰਾਤ ਨੂੰ। ਸ਼੍ਰੀ ਗੁਰੂ ਗੋਬਿੰਦ ਸਿੰਘ ਥੇਰੇ ਜੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਹਰ ਆਸਣ ਲਾਇਆ ਹੋਇਆ ਨਗਰ ਤੋਂ, ਜਿੱਥੇ ਸਤਿਗੁਰੂ ਜੀ ਉਤਰੇ ਹਨ। ਸਿੰਘ ਗਏ ਕਰ ਜੋਰ ਬਖਾਨੇ। ਉੱਥੇ ਕੁਝ ਸਿੰਘ ਮਹਾਰਾਜ ਜੀ ਕੋਲ ਗਏ, ਹੱਥ ਜੋੜ ਕੇ ਕਲਗੀਧਰ ਨੂੰ ਬੇਨਤੀ ਕਰਕੇ ਕਹਿਣ ਲੱਗੇ, ਆਇਸ ਆਪ ਉਚਾਰੋ ਸ਼੍ਰੀ ਪ੍ਰਭ। ਏ ਸ਼੍ਰੀ ਪ੍ਰਭੂ ਜੀ, ਆਪ ਕਿਰਪਾ ਕਰਕੇ ਸਾਡੇ ਪ੍ਰਤੀ ਆਗਿਆ ਕਰੋ। ਹੀਲ ਕੋ ਕਾਲ ਅਬੇਰ ਪਹਾਨੇ। ਕਿ ਮਹਾਰਾਜ ਹੁਣੇ ਹੀ ਅਸੀਂ ਹੱਲਾ ਕਰਕੇ ਦੁਸ਼ਮਣ ਨੂੰ ਮਾਰ ਦਈਏ, ਕਿਲਾ ਫਤਿਹ ਕਰ ਲਈਏ। ਕੋਟ ਮੈਂ ਕੂਦ ਕਰੇ ਕਟਿਆ। ਤੇ ਕਿਲੇ ਦੇ ਵਿੱਚ ਕੁੱਦ ਕੇ ਵੜ ਜਾਈਏ ਛਾਲਾਂ ਮਾਰ ਕੇ,
ਔਰ ਅੰਦਰ ਜਾ ਕੇ ਇਹਨਾਂ ਨੂੰ ਜਾ ਕੇ ਵੱਢੀਏ ਕੱਟੀਏ ਜਿਹੜੇ ਕਿਲੇ ਦੇ ਅੰਦਰ ਬੈਠੇ ਨੇ। ਨੈ ਛੋੜेंगे ਇੱਕ ਪੀ ਜੁਤ ਪ੍ਰਾਨੇ। ਮਹਾਰਾਜ ਇੱਕ ਵੀ ਬੰਦਾ ਨਹੀਂ ਛੱਡਣ ਲੱਗੇ ਨਾ ਗੁਜਰਾ ਰੰਗੜਾਂ ਦਾ ਕਿਲੇ ਦੇ ਵਿੱਚ ਜਿਹਦੇ ਚ ਜ਼ਿੰਦਗੀ ਤੇ ਪ੍ਰਾਣ ਬਚੇ ਹੋਣ। ਸਿੰਘ ਰਾਏ ਰੂਪ ਟੂਕ ਚਲੇ ਟਿਗ। ਮਹਾਰਾਜ ਸਿੰਘ ਰੁਪੇ ਹੋਏ ਨੇ ਤੇ ਟੁਕਦਿਆਂ ਐਨ ਕਿਲੇ ਦੇ ਨੇੜੇ ਜਾ ਪਹੁੰਚੇ ਹਨ। ਆਪ ਕੇ ਬਾਕ ਕੀ ਦੇਰ ਪਛਾਨੇ। ਬਸ ਹੁਣ ਤੁਹਾਡੇ ਬਚਨਾਂ ਦੀ ਦੇਰ ਹੈ, ਆਪ ਜੀ ਆਗਿਆ ਕਰੋਗੇ ਤਾਂ ਹੁਣੇ ਹੀ ਖਾਲਸਾ ਹੱਲਾ ਕਰ ਦੇਵੇਗਾ। ਸ਼੍ਰੀ ਪ੍ਰਭ ਧੀਰਜ ਦੀਨ ਪ੍ਰਬੀਨ। ਸਤਿਗੁਰੂ ਜੀ ਨੇ ਧੀਰਜ ਦਿੱਤਾ ਖਾਲਸੇ ਨੂੰ, ਸਿੰਘਾਂ ਨੂੰ ਕਹਿਣ ਲੱਗੇ ਕਰੇ ਰਿਪ ਦੀਨ ਬਰੇ ਗੱਡ ਜਾਈ। ਮਹਾਰਾਜ ਜੀ ਕਹਿੰਦੇ ਦੁਸ਼ਮਣ ਅੱਜ ਡਰ ਕੇ ਕਿਲੇ ਦੇ ਵਿੱਚ ਵੜਿਆ ਹੈ। ਰਾਤ ਮੈਂ ਕੋਪ ਨ ਬਾਦ ਕਰੋ। ਤੇ ਹੁਣ ਹਨੇਰਾ ਪੈ ਗਿਆ ਤੇ ਰਾਤ ਨੂੰ ਹੁਣ ਤੁਸੀਂ ਹਮਲਾ ਨਹੀਂ ਕਰਨਾ। ਰਾਤ ਨੂੰ ਕਿਲੇ ਦੇ ਉੱਤੇ ਹਮਲਾ ਨਹੀਂ ਕਰਨਾ, ਹਨੇਰੇ ਵਿੱਚ ਆਪਣਾ ਵੀ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਆਖਿਆ ਨੇੜੇ ਜਾ ਕੇ ਮੋਰਚੇਬੰਦੀ ਕਰ ਲਈ ਹੈ, ਠੀਕ ਹੈ, ਪਰ ਰਾਤ ਨੂੰ ਅੱਜ ਹਮਲਾ ਨਹੀਂ ਕਰਨਾ। ਫਿਰ ਤਾਗੇ ਬੈਠ ਰੋ ਸਮੁਦਾਈ। ਉੱਥੇ ਨੇੜੇ ਢੁੱਕ ਕੇ ਮੋਰਚੇ ਕਰਕੇ ਆਪੋ ਆਪਣਾ ਬਚਾਅ ਕਰਦਿਆਂ ਹੋਇਆਂ ਓਟ ਦੇ ਵਿੱਚ ਬੈਠੇ ਰਹੋ, ਰਾਤ ਬਤੀਤ ਕਰੋ। ਹੋਤ ਪ੍ਰਭਾਤ ਫਤਿਹ ਕਰੇ ਹੋ ਸਭ। ਕੱਲ ਜਦੋਂ ਦਿਨ ਚੜੇਗਾ ਲੋ ਲੱਗੇਗੀ ਤੇ ਖਾਲਸੇ ਨੇ ਹੱਲਾ ਕਰਕੇ ਕਿਲਾ ਫਤਿਹ ਕਰ ਲੈਣਾ। ਹੁੰਦੇ ਨਾਸ ਨਾ ਜਾਏ ਪਲਾਈ। ਔਰ ਇਸ ਤਰੀਕੇ ਨਾਲ ਇਹਨਾਂ ਦਾ ਨਾਸ਼ ਹੋਵੇਗਾ ਕਿ ਭੱਜ ਨਹੀਂ ਸਕਣਗੇ, ਦੌੜ ਨਹੀਂ ਸਕਣਗੇ। ਮੂਡਨ ਸੰਗਤ ਛੀਨ ਲਈ। ਇਹਨਾਂ ਮੂਰਖਾਂ ਨੇ ਸਾਡੀ ਸੰਗਤ ਨੂੰ ਲੁੱਟਿਆ ਹੈ। ਇਸ ਕੋ ਪਲਟਾ ਹਮਲੇ ਅਬ ਪਾਈ। ਇਹਦਾ ਫਲ ਇਹਨਾਂ ਨੂੰ ਦੇਣਾ ਹੀ ਪਵੇਗਾ, ਇਹਦਾ ਫਲ ਇਹਨਾਂ ਨੂੰ ਦੇਣਾ ਹੈ। ਆਲਮ ਸਿੰਘ ਉਦੇ ਸਿੰਘ ਆਦਿਕ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਭਾਈ ਆਲਮ ਸਿੰਘ ਤੇ ਭਾਈ ਉਦੇ ਸਿੰਘ ਆਦਿਕ ਜਿੰਨੇ ਸਿੰਘ ਹਨ, ਫੇਰ ਕਿਉ ਪ੍ਰਭ ਸੋ ਕਰ ਜੋਰੇ। ਇਹਨਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗੇ ਰਾਤ ਹੀ ਮੈਂ ਰਿਪ ਕਾਤਨ ਦੇਹੋ। ਕਹਿਣ ਲੱਗੇ ਮਹਾਰਾਜ ਆਗਿਆ ਦਿਓ, ਅੱਜ ਰਾਤ ਨੂੰ ਹੀ ਫਤਿਹ ਕਰ ਦਈਏ, ਕੱਲ ਸਵੇਰ ਤੱਕ ਮਹਾਰਾਜ ਜੀ ਕਿਉਂ ਉਡੀਕ ਕਰਨੀ। ਮਹਾਰਾਜ ਆਗਿਆ ਕਰੋ, ਅੱਜ ਰਾਤ ਨੂੰ ਇਹ ਕਿਲਾ ਫਤਿਹ ਕਰ ਲਈਏ। ਨਿਪਾਤ ਕਰੇ ਛਿਨ ਮੈਂ ਸਭ ਟੋਰੇ। ਇੱਕ ਛਿਨ ਚ ਟੋਲ ਕੇ ਇਹਨਾਂ ਨੂੰ ਕਿਲੇ ਦੇ ਵਿੱਚੋਂ ਇਹਨਾਂ ਦਾ ਅੰਤ ਕਰ ਦਈਏ। ਭਾਜ ਨਾ ਜਾਏ ਕਿ ਆਏ ਸਹਾਇਕ। ਮਹਾਰਾਜ ਕਿਤੇ ਰਾਤ ਨੂੰ ਭੱਜ ਨਾ ਜਾਣ ਹਨੇਰੇ ਚ, ਜਾਂ ਕੋਈ ਇਹਨਾਂ ਦਾ ਮਦਦਗਾਰ ਨਾ ਆ ਜਾਵੇ ਦਿਨ ਚੜ੍ਹਦਿਆਂ। ਕੋ ਕਰ ਘਾਤ ਨ ਜਾਵੇ ਛੋਰੇ। ਜਾਂ ਫਿਰ ਕੋਈ ਦਲ ਕੋਈ ਛਲ ਕਰਕੇ ਜਾਂ ਕਿਸੇ ਤਰ੍ਹਾਂ ਦਾ ਕੋਈ ਕਪਟ ਕਰਕੇ ਰਾਤ ਨੂੰ ਕਿਤੇ ਕਿਲੇ ਚੋਂ ਦੌੜ ਨਾ ਜਾਣ, ਭੱਜ ਨਾ ਜਾਣ। ਹੋਏ ਇਤਿਆਦਿਕ ਬਿਗਨ ਕਨੇ ਅਬ। ਮਹਾਰਾਜ ਕਈ ਤਰ੍ਹਾਂ ਦੇ ਵਿਘਨ ਹੋ ਸਕਦੇ ਨੇ, ਸਵੇਰੇ ਕੋਈ ਮਦਦ ਵਾਸਤੇ ਆ ਜਾਏ ਇਹਨਾਂ ਦੇ ਤਾਂ ਵੀ ਵਿਘਨ ਹੈ, ਜਾਂ ਫਿਰ ਰਾਤ ਨੂੰ ਕੋਈ ਛਲ ਕਪਟ ਕਰਕੇ ਨਿਕਲ ਜਾਣ ਫਿਰ ਵੀ ਔਖਾ ਹੈ। ਹੀਲ ਕੋ ਕਾਲਨ ਦਿਓ ਸੋ ਜੋਰੇ। ਇਸ ਕਰਕੇ ਮਹਾਰਾਜ ਆਗਿਆ ਦਿਓ ਵੀ ਹੁਣੇ ਹੀ ਅਸੀਂ ਜਾ ਕੇ ਹੱਲਾ ਕਰੀਏ ਤੇ ਰਾਤੋਂ ਰਾਤ ਇਹ ਕਿਲਾ ਫਤਿਹ ਕਰ ਲਈਏ। ਸ਼੍ਰੀ ਕਲਗੀਧਰ ਸਿੰਘਨ ਕੋ ਕਹੇ। ਜਦੋਂ ਸਿੰਘਾਂ ਨੇ ਏਦਾਂ ਬੇਨਤੀ ਕੀਤੀ ਸੁਣ ਕੇ ਕਲਗੀਧਰ ਜੀ ਬੋਲੇ, ਕਹਿਣ ਲੱਗੇ ਖਾਲਸੇ ਨੂੰ ਧੀਰਜ ਨਾਹੀਂ ਕਰੋ ਸਹਿਸਾਈ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਧੀਰਜ ਰੱਖੀਦਾ, ਹੌਸਲੇ ਨਾਲ ਜੰਗ ਲੜੇ ਜਾਂਦੇ ਨੇ, ਠਰਮੇ ਦੇ ਨਾਲ ਜੰਗ ਲੜੇ ਜਾਂਦੇ ਨੇ, ਧੀਰਜ ਰੱਖਣਾ, ਕਾਹਲ ਨਹੀਂ ਕਰਨੀ। ਚਾਰੋ ਓਰਨ ਕੇਰਨ ਕੋਰ। ਤੁਸੀਂ ਚਾਰੇ ਪਾਸਿਆਂ ਤੋਂ ਕਿਲੇ ਨੂੰ ਘੇਰਾਬੰਦੀ ਕਰੋ। ਸਜੇਰੋ ਰਾਖੋ ਕੀ ਤਕਰਾਈ। ਔਰ ਰਾਤ ਤਕੜਾਈ ਰੱਖੋ। ਜਦੋਂ ਘੇਰਾਬੰਦੀ ਕਰੋਗੇ ਉਹਨਾਂ ਦੀ ਕੀ ਮਜਾਲ ਰਾਤ ਨੂੰ ਕਿਲਾ ਛੱਡ ਕੇ ਦੌੜ ਜਾਣ, ਕਿਵੇਂ ਨਿਕਲ ਸਕਣਗੇ। ਤੁਸੀਂ ਚਾਰੇ ਪਾਸੋਂ ਘੇਰਾਬੰਦੀ ਕਰਕੇ ਬੈਠੋ। ਕਾਲ ਪੁਜਿਓ ਇਨ ਜਾਤ ਨਹੀਂ ਕਿਤੇ। ਇਹਨਾਂ ਦਾ ਕਾਲ ਆ ਗਿਆ, ਹੁਣ ਇਹ ਜਾ ਨਹੀਂ ਸਕਦੇ ਕਿਤੇ ਭੱਜ ਕੇ। ਕਾਲ ਇਹਨਾਂ ਨੂੰ ਪ੍ਰੇਰ ਕੇ ਲੈ ਕੇ ਗਿਆ ਕਿਲੇ 'ਚ, ਮੌਤ ਦੇ ਪ੍ਰੇਰੇ ਹੋਏ ਇਸ ਕਿਲੇ ਵਿੱਚ ਵੜੇ ਨੇ, ਹੁਣ ਇਹਨੂੰ ਛੱਡ ਕੇ ਕਿੱਥੇ ਜਾਣਗੇ। ਕੋ ਇੱਕ ਘਾਤ ਸੋ ਹੱਥ ਨ ਆਈ। ਹਾਂਜੀ, ਕੋ ਇੱਕ ਘਾਤ ਸੋ ਹੱਥ ਨ ਆਈ। ਕਹਿੰਦੇ ਇਸ ਤਰ੍ਹਾਂ ਦਾ ਕੋਈ ਘਾਤ ਮੁੜ ਕੇ ਹੱਥ ਨਹੀਂ ਆਉਣਾ। ਹੋਤ ਪ੍ਰਭਾਤ ਕਰੋ ਸਭ ਘਾਤ। ਔਰ ਕੱਲ ਸਵੇਰ ਹੁੰਦਿਆਂ ਤੁਸੀਂ ਇਹਨਾਂ ਸਭ ਦਾ ਘਾਤ ਕਰੋ। ਰਹੋ ਸਾਵਧਾਨ ਏਈ ਭਲਿਆਈ। ਤੇ ਰਾਤ ਨੂੰ ਸਾਵਧਾਨ ਰਹੋ,
ਇਹੀ ਭਲੇ ਵਿੱਚ ਹੈ। ਆਇਸ ਮਾਨ ਸੁਜਾਨ ਗੁਰੂ। ਮਹਾਰਾਜ ਜੀ ਦੀ ਆਗਿਆ ਖਾਲਸੇ ਨੇ ਸਤ ਕਰਕੇ ਮੰਨੀ। ਗ੍ਰਾਮਨ ਕੇ ਤਾਮ ਆਰਾਮ ਕਰਿਓ। ਹੁਣ ਉਹ ਜਿਹੜੇ ਪਿੰਡ ਦੇ ਕਲਮੋਟ ਦੇ ਘਰ ਸੀ ਤੇ ਪਲੰਗੇ ਬਿਸਤਰੇ ਉੱਥੇ ਵਿਛੇ ਹੋਏ, ਖਾਲਸੇ ਨੇ ਆਰਾਮ ਕੀਤਾ, ਉੱਥੇ ਸੁਖ ਲਿਆ ਰਾਤ ਨੂੰ। ਚਾਰੋ ਹੂੰ ਔਰਨ ਘੇਰ ਰੱਖਿਓ ਗੜ। ਤੇ ਕਿਲੇ ਨੂੰ ਵੀ ਚਾਰੇ ਪਾਸਿਓਂ ਰਾਤ ਨੂੰ ਸਿੰਘਾਂ ਨੇ ਐਨ ਸਾਵਧਾਨੀ ਨਾਲ ਘੇਰਾ ਪਾ ਕੇ ਰੱਖਿਆ। ਤੀਰ ਤੁਫੰਗ ਨਾਥ ਤਰਿਓ। ਔਰ ਬੰਦੂਕਾਂ ਤੇ ਤਲਵਾਰਾਂ ਤੇ ਹੋਰ ਹਥਿਆਰ ਆਪਣੇ ਹੱਥਾਂ 'ਚ ਪਕੜੇ ਹੋਏ ਨੇ। ਅੰਤਰ ਤੇ ਗੁਲਕਾਂ ਗਨ ਮਾਰਤ ਜਾਤ। ਉਧਰੋਂ ਅੰਦਰੋਂ ਗੁੱਜਰ ਤੇ ਰੰਗੜ ਜਿਹੜੇ ਨੇ ਉਹ ਗੋਲੀਆਂ ਅੰਦਰੋਂ ਚਲਾਈ ਜਾਂਦੇ ਨੇ ਕਿ ਅਸੀਂ ਵੀ ਅੰਦਰ ਸਾਵਧਾਨ ਹਾਂ। ਏਦਾਂ ਸੰਕੇਤ ਦੇਣ ਵਾਸਤੇ ਉਹ ਵੀ ਗੋਲੀਆਂ ਚਲਾਉਂਦੇ ਨੇ। ਰਾਖਤ ਦੇ ਕਰ ਆਪ ਪ੍ਰਭੂ। ਤੇ ਇਧਰ ਸਿੰਘ ਵੀ ਅੱਗੋਂ ਜਵਾਬ ਦੇ ਦਿੰਦੇ ਆ, ਪਰ ਉਹਨਾਂ ਦੀਆਂ ਚਲਾਈਆਂ ਗੋਲੀਆਂ ਹਨੇਰੇ ਵਿੱਚ ਫਜ਼ੂਲ ਹੀ ਜਾ ਰਹੀਆਂ ਨੇ ਤੇ ਖਾਲਸੇ ਨੂੰ ਸਤਿਗੁਰੂ ਜੀ ਆਪਣਾ ਹੱਥ ਦੇ ਕੇ ਬਚਾਉਂਦੇ ਹਨ। ਬਿਨ ਘਾਵ ਸਵੇ ਦਲ ਪੁੰਜ ਥਿਰਿਓ। ਸਾਰਾ ਖਾਲਸਾ ਬਿਨਾਂ ਕਿਸੇ ਪ੍ਰਕਾਰ ਦੇ ਘਾਵ ਸਹਿਤ ਕੋਈ ਸਿੰਘ ਘਾਇਲ ਨਹੀਂ ਹੋਇਆ। ਸਾਰੀ ਰਾਤ ਆਪਣੇ ਆਸਣਾਂ ਤੇ ਰਹੇ, ਮੋਰਚਿਆਂ ਵਿੱਚ ਰਹੇ। ਕੰਟਕ ਸੰਕਟ ਪਾਏ ਕਨੋ। ਔਰ ਦੁਸ਼ਮਣ ਨੂੰ ਅੰਦਰ ਭਾਰੀ ਸੰਕਟ ਹੈ। ਗੜ ਬੀਚ ਕਿਰੇ ਡਰ ਪਾਵਤ। ਕਿਲੇ ਵਿੱਚ ਘਿਰੇ ਹੋਏ ਡਰਦੇ ਨੇ, ਭੈ ਭੀਤ ਹੁੰਦੇ ਨੇ। ਜੀਵਨ ਕੀਨੇ ਆਸ ਤਰੇ। ਔਰ ਆਪਣੇ ਅੰਦਰ ਜੀਵਨ ਦੀ ਆਸ ਨਹੀਂ ਰੱਖਦੇ, ਉਹਨਾਂ ਨੂੰ ਪਤਾ ਹੈ। ਲੁੱਟ ਧਾਮ ਗਏ ਪਛਤਾਵਤ। ਸੋਚਦੇ ਨੇ ਵੀ ਸਾਡੇ ਘਰ ਲੁੱਟੇ ਗਏ ਨੇ, ਪਛਤਾਵਾ ਕਰਦੇ ਨੇ ਵੀ ਕਾਹਨੂੰ ਮਾੜੀ ਕਰਤੂਤ ਕਰਨੀ ਸੀ, ਅਸੀਂ ਰਾਹ ਜਾਂਦੀ ਸੰਗਤ ਨੂੰ ਕਾਹਨੂੰ ਲੁੱਟਣਾ ਸੀ, ਇਸ ਗੱਲ ਦਾ ਪਛਤਾਵਾ ਕਰਦੇ ਨੇ। ਕੀਨ ਕੋ ਕਾਜ ਮਹਾ ਗੁਰ ਕੋ। ਕਹਿੰਦੇ ਅਸੀਂ ਬੜਾ ਖੋਟਾ ਕੰਮ ਕੀਤਾ ਗੁਰੂ ਜੀ ਦੇ ਨਾਲ ਵੈਰ ਕਰਕੇ। ਤਿਸ ਕੋ ਫਲ ਸੋ ਦਿਖਰਾਵਤ। ਉਹਦਾ ਫਲ ਹੁਣ ਸਾਨੂੰ ਮਿਲ ਰਿਹਾ, ਨਜ਼ਰ ਆ ਰਿਹਾ। ਤੀਰ ਚਲਾਵਤ ਬਾਦ ਸੁਜਾਵਤ। ਅਸੀਂ ਜਿਹੜਾ ਤੀਰ ਚਲਾਉਨੇ ਆ ਸਾਡਾ ਵਿਅਰਥ ਜਾਂਦਾ ਹੈ। ਕਿਉਂ ਗੁਲਕਾਂ ਬਰ ਖਾਵਤ। ਏਦਾਂ ਇਹਨਾਂ ਦੀਆਂ ਚਲਾਈਆਂ ਗੋਲੀਆਂ ਵੀ ਵਿਅਰਥ ਜਾਂਦੀਆਂ ਨੇ। ਮੰਚ ਵਿਚਾਏ ਪ੍ਰਭੂ ਕੀਏ ਪੋੜਨ। ਇਹ ਦਰਬਾਰ ਸਤਿਗੁਰਾਂ ਦਾ ਪਲੰਗਾ ਲੱਗਾ, ਪਾਤਸ਼ਾਹ ਜੀ ਨੇ ਆਰਾਮ ਕੀਤਾ। ਇੱਕ ਤਰੋਵਰ ਕੇ ਤਰੋਏ। ਇੱਕ ਦਰਖਤ ਆ ਉੱਥੇ, ਅੱਜ ਵੀ ਪਿੱਪਲ ਦਾ ਉਹ ਦਰਖਤ ਮੌਜੂਦ ਹੈ, ਉਹਦੇ ਥੱਲੇ ਮਹਾਰਾਜ ਜੀ ਉਤਰੇ ਹੋਏ ਨੇ। ਸਿੰਘ 25 ਪਾਸ ਥਿਰੇ ਗਏ। 25 ਸਿੰਘ ਮਹਾਰਾਜ ਜੀ ਦੇ ਕੋਲ ਖੜੇ ਹਨ। ਆਯੁਧ ਕੋ ਸਾਵਧਾਨ ਕਰੋਏ। ਉਹ ਸ਼ਸਤਰ ਪਕੜ ਕੇ ਐਨ ਸਾਵਧਾਨੀ ਨਾਲ ਪਹਿਰਾ ਦੇ ਰਹੇ ਨੇ। ਔਰ ਸਭੇ ਪਟ ਘੇਰ ਰਹੇ ਗੜ। ਬਾਕੀ ਜਿੰਨੇ ਸਿੰਘ ਨੇ ਉਹਨਾਂ ਨੇ ਕਿਲੇ ਨੂੰ ਘੇਰਾਬੰਦੀ ਕੀਤੀ ਹੋਈ ਹੈ। ਇੱਕ ਸੁਚੇਤ ਖਰੇ ਇੱਕ ਸੋਏ। ਤੇ ਕੁਝ ਸਿੰਘ ਸੁਚੇਤ ਹੋ ਕੇ ਪਹਿਰਾ ਦੇ ਰਹੇ ਨੇ, ਕੁਝ ਸਿੰਘ ਜਿਹੜੇ ਨੇ ਉਹ ਆਰਾਮ ਕਰ ਰਹੇ ਨੇ ਵਾਰੋ ਵੇਰੀ। ਜਾਂ ਬਿਦ ਜਾਮਨ ਕੀਨ ਬਿਤਾਵਨ। ਇਸ ਤਰ੍ਹਾਂ ਖਾਲਸਾ ਜੀ ਰਾਤ ਬਤੀਤ ਕੀਤੀ। ਚਾਰ ਕਟੀ ਅਰਣੋ ਦਿਓ ਜੋਏ। ਜਦੋਂ 4 ਘੜੀਆਂ ਦਿਨ ਚੜ ਗਿਆ, ਸੰਖਨ ਮੈਂ ਪਰ ਫੂਕ ਬਜਾਵਤ। ਤੇ ਇੱਕਦਮ ਸੰਖਾਂ ਤੇ ਰਣ ਸਿੰਘਿਆਂ 'ਚ ਫੂਕ ਭਰ ਕੇ ਵਜਾਏ। ਬਾਜ ਉਠਿਓ ਰਣਜੀਤ ਨਗਾਰਾ। ਪਾਤਸ਼ਾਹ ਦਾ ਰਣਜੀਤ ਨਗਾਰਾ ਵੱਜ ਉੱਠਿਆ, ਗਰਜ ਉੱਠਿਆ। ਵਾਹਿਗੁਰੂ ਜੀ ਕੀ ਸੋ ਫਤਿਹ ਕਹਿ। ਔਰ ਸਿੰਘ ਉੱਠੇ ਆਪਸ ਵਿੱਚ ਗੱਜ ਗੱਜ ਕੇ ਫਤਿਹ ਬੁਲਾਉਂਦੇ ਹਨ। ਹੋਤ ਪਇਓ ਉਤਸ਼ਾਹ ਉਦਾਰਾ। ਵੱਡਾ ਭਾਰੀ ਉਤਸ਼ਾਹ ਹੈ ਖਾਲਸੇ ਵਿੱਚ, ਅੱਜ ਕਿਲਾ ਫਤਿਹ ਕਰਨਾ ਹੈ। ਪੁੰਜ ਤੁਫੰਗਨ ਕੇਰ ਤੜਾਕਨ। ਬੰਦੂਕਾਂ ਦੀਆਂ ਗੋਲੀਆਂ ਭਰ ਕੇ ਪਹਿਲਾਂ ਬਾਹਰ ਹੀ ਹਵਾਈ ਫਾਇਰ ਕੀਤੇ ਅੰਦਰ ਦੁਸ਼ਮਣ ਨੂੰ ਡਰਾਉਣ ਲਈ। ਅੰਤਰ ਚੋਰ ਤੇ ਡਰ ਤਾਰਾ। ਔਰ ਉਹ ਅੰਦਰ ਜਦੋਂ ਆਵਾਜ਼ ਸੁਣਦੇ ਨਗਾਰੇ ਦੀ, ਖਾਲਸੇ ਦੇ ਜਕਾਰਿਆਂ ਦੀ, ਰਣ ਸਿੰਘਿਆਂ ਦੀ ਤੇ ਖਾਲਸੇ ਵੱਲੋਂ ਚਲਾਈਆਂ ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਸੁਣਦੇ ਨੇ ਨਾ, ਜਦੋਂ ਅੰਦਰ ਕਿਲੇ 'ਚ ਗੁੱਜਰ ਤੇ ਰੰਗੜ ਉਹ ਅੰਦਰ ਬੈਠੇ ਬੈਠੇ ਹੀ ਹੌਸਲੇ ਛੱਡੀ ਜਾਂਦੇ ਨੇ, ਧੀਰਜ ਛੱਡੀ ਜਾਂਦੇ ਹਨ। ਹੋਏ ਸੁਚੇਤ ਇਸ਼ਨਾਨ ਕਰੇ। ਇਧਰ ਸਿੰਘ ਸੁਚੇਤ ਹੋ ਕੇ ਬਾਰੋ ਵੇਰੀ ਇਸ਼ਨਾਨ ਪਾਨ ਕਰਦੇ ਨੇ। ਕਿਨ ਕੇਸ ਸੁਧਾਰ ਬੰਦੀ ਦਸਤਾਰਾ। ਔਰ ਸਿੰਘ ਕੇਸਾਂ 'ਚ ਕੰਘਾ ਫੇਰ ਕੇ ਦਸਤਾਰਾਂ ਝੁਲਾ ਰਹੇ ਨੇ ਸੀਸ ਤੇ। ਤਮ ਮੋਹੇ ਕੇ ਪੂਖਣ ਪੂਖਣ ਪੇਖ। ਔਰ ਜਿਤਨਾ ਤਮ ਸੀ, ਹਨੇਰਾ ਸੀ, ਉਹ ਸੂਰਜ ਨੂੰ ਵੇਖ ਕੇ ਕਯੋ ਪਵ ਪੂਖਣ ਹੋਏ ਸਵਧਾਨਾ। ਕਹਿੰਦੇ ਜਿਵੇਂ ਸੂਰਜ ਨੂੰ ਵੇਖ ਕੇ ਹਨੇਰਾ ਦੂਰ ਹੁੰਦਾ,
ਏਦਾਂ ਅਵਿਦਿਆ ਤੇ ਮੋਹ ਦਾ ਜਿਹੜਾ ਹਨੇਰਾ ਹੈ ਉਹ ਗੁਰੂ ਰੂਪੀ ਸੂਰਜ ਨੂੰ ਵੇਖ ਕੇ ਦੂਰ ਹੁੰਦਾ, ਨਿਰਵਿਰਤ ਹੁੰਦਾ ਹੈ। ਗੱਡ ਪੈ ਅਬ ਹੇਲ ਕਰੋ ਮਿਲ ਕੇ। ਹੁਕਮ ਹੋ ਗਿਆ ਕਿ ਜਾਓ ਹੁਣ ਖਾਲਸਾ ਜੀ ਹਮਲਾ ਕਰੋ ਕਿਲੇ ਕਲਮੋਟ ਦੇ ਉੱਤੇ। ਚੜ ਉੱਪਰ ਵੀਰ ਬਰੋਰ ਪਹਾਨਾ। ਔਰ ਕੰਧਾਂ ਨੂੰ ਪਾ ਕੇ ਪੌੜੀਆਂ ਰੱਸੀਆਂ ਉੱਤੇ ਚੜ ਕੇ ਅੰਦਰ ਛਾਲਾਂ ਮਾਰੋ। ਕਰ ਕਾਰਜ ਲਿਓ ਸਵੇਰ ਅਬੇਰ। ਠੰਡਾ ਠੰਡਾ ਮਾਹੌਲ ਹੈ ਇਸ ਵੇਲੇ, ਗਰਮੀ ਵੀ ਕੋਈ ਨਹੀਂ ਬਹੁਤੀ, ਠੰਡੇ ਠੰਡੇ ਹੀ ਕੰਮ ਨਿਬੇੜ ਲੋ ਖਾਲਸਾ ਜੀ, ਬਹੁਤਾ ਸਮਾਂ ਨਹੀਂ ਲਾਉਣਾ। ਵੇਲੇ ਨਾਲ ਹੀ ਹੱਲੇ ਨਾਲ ਹੀ ਸ਼ੇਰ ਪੰਜਾ ਜਿਹਾ ਮਾਰ ਕੇ ਇਹਨਾਂ ਨੂੰ ਮੁਕਾ ਦਿਓ। ਨਬੇਰੋ ਜੰਗ ਪਰੇ ਕਮਸਾਨਾ। ਤੇ ਬਹੁਤਾ ਲੰਮਾ ਸਮਾਂ ਨਹੀਂ ਜੰਗ ਕਰਨਾ, ਛਾਲਾਂ ਮਾਰ ਕੇ ਜਾਓ ਅੰਦਰ ਤੇ ਵੇਲੇ ਨਾਲ ਹੀ ਆਪਣਾ ਮੋਰਚਾ ਫਤਿਹ ਕਰ ਦਿਓ ਦੁਪਹਿਰ ਤੋਂ ਪਹਿਲਾਂ ਪਹਿਲਾਂ। ਸੁਣ ਕੇ ਸਭ ਸਿੰਘ ਰਿਪੇ ਚੋਂ ਔਰ। ਮਹਾਰਾਜ ਜੀ ਦਾ ਹੁਕਮ ਸੁਣ ਕੇ ਸਿੰਘ ਇੱਕਦਮ ਤਿਆਰ ਬਰ ਤਿਆਰ ਹੋ ਕੇ ਕਿਲੇ ਦੇ ਚੌਂ ਪਾਸੇ ਆਣ ਫਿਰੇ। ਕਾਲਨ ਜੋਰ ਸੁਸ਼ੋਰ ਮਾਨ। ਔਰ ਬਾਹਰੋਂ ਜਕਾਰੇ ਗਜਾਉਂਦਿਆਂ ਤੇ ਨਗਾਰੇ ਵਜਾਉਂਦੇ ਆਪਣਾ ਜ਼ੋਰ ਪ੍ਰਗਟ ਕਰਦੇ ਹਨ। ਢੋਏ ਕਰੀ ਟਿਗ ਟੂਕ ਗਏ। ਉਹ ਅੰਦਰੋਂ ਗੋਲੀਆਂ ਤਾਂ ਦਾਗਦੇ ਆ ਪਰ ਸਿੰਘਾਂ ਦਾ ਕੁਝ ਵਿਗਾੜ ਨਹੀਂ ਹੁੰਦਾ। ਸਿੰਘ ਕੰਧਾਂ ਦੇ ਨੇੜੇ ਜਾ ਪਹੁੰਚੇ ਕਿਲੇ ਦੇ। ਕਿਉਂ ਔਰਨ ਤੇ ਲਲਕਾਰ ਪਰੇ। ਚਾਰੇ ਪਾਸਿਆਂ ਤੋਂ ਲਲਕਾਰ ਕੇ ਖਾਲਸੇ ਨੇ ਹੱਲਾ ਕੀਤਾ। ਪਾਸ ਗਏ ਨੈ ਤਰਾਸ ਪਏ। ਸਿੰਘ ਡਰੇ ਨਹੀਂ, ਕਿਲੇ ਦੇ ਐਨ ਕੰਧਾਂ ਦੇ ਨੇੜੇ ਚਲੇ ਗਏ। ਗੜ ਪੀਤਨ ਲੋ ਅਬ ਜਾਏ ਅਰੇ। ਤੇ ਐਨ ਕੰਧਾਂ ਦੇ ਕੋਲ ਕਿਲੇ ਦੇ ਖਾਲਸੇ ਨੇ ਜਾ ਅੜੀ ਕੀਤੀ। ਹੱਥ ਕਈ ਗੈ ਢਾਨ ਲਾਗਿਓ। ਕਈਆਂ ਉਧਾਲ ਪਕੜ ਕੇ ਕੰਧਾਂ ਢਾਣ ਲੱਗੇ ਸਿੰਘ ਥਲੜੇ ਪਾਸਿਓਂ। ਰੋਰ ਕੁਸ਼ੋਰ ਵਿਸਾਲ ਕਰੇ। ਇੱਕਦਮ ਰੌਰ ਸ਼ੋਰ ਪੈ ਰਿਹਾ ਹੈ। ਫੇਰ ਫਿਰੇ ਅਲਬਾਲ ਪਰੇ। ਔਰ ਆਲੇ ਦੁਆਲੇ ਸਿੰਘ ਫਿਰਦੇ, ਕੁਝ ਆਲੇ ਦੁਆਲੇ ਫਿਰੀ ਜਾਂਦੇ ਨੇ ਉਹਨਾਂ ਦਾ ਧਿਆਨ ਵੰਡਣ ਲਈ, ਕੁਝ ਐਨ ਕੰਧਾਂ ਦੇ ਨਾਲ ਲੱਗ ਕੇ ਸੰਨਾ ਲਾਣ ਲੱਗੇ ਨੇ, ਕੰਧਾਂ ਤੋੜਨ ਲੱਗੇ ਹਨ। ਬਲ ਪੂਰ ਤਰੇ ਚੈ ਪੀੜ ਚਰੇ। ਕਈਆਂ ਨੇ ਰੱਸੀਆਂ ਪਾ ਲਈਆਂ ਕੰਧਾਂ ਦੇ ਉੱਤੇ, ਟੱਪਣ ਵਾਸਤੇ ਪੌੜੀਆਂ ਲਾ ਲਈਆਂ। ਜੋ ਚੋਹੋਂ ਔਰ ਪਰੀ ਜਬ ਧੂਮ ਮਿਲੇ। ਏਦਾਂ ਜਦੋਂ ਚੌ ਪਾਸਿਆਂ ਤੋਂ ਖਾਲਸੇ ਨੇ ਧੂਮ ਨਾਲ ਹੱਲਾ ਕੀਤਾ। ਗੜ ਪੀਤ ਕੇ ਸੰਗ ਸੁਜਾਈ। ਔਰ ਕਿਲੇ ਦੀਆਂ ਐਨ ਕੰਧਾਂ ਦੇ ਵਿੱਚੋਂ ਦੀ ਲੰਘ ਕੇ ਅੰਦਰ ਜਾਣ ਲੱਗੇ। ਅੰਤਰ ਜ਼ੋਰ ਨਿਰੰਤਰ ਕੋ ਕਰ। ਔਰ ਅੰਦਰ ਆਪਣਾ ਪੂਰਾ ਜ਼ੋਰ ਤਾਣ ਕੀਤਾ। ਹਾਰ ਪਰੇ ਤੁਪ ਕਾਨ ਚਲਾਈ। ਉਹ ਬਥੇਰੇ ਅੰਦਰੋਂ ਜ਼ੋਰ ਲਾਉਂਦੇ ਆ, ਗੁੱਜਰ ਰੰਗੜ ਬੰਦੂਕਾਂ ਦੀਆਂ ਗੋਲੀਆਂ ਚਲਾ ਕੇ ਹਾਰ ਗਏ। ਜਾਨਤ ਪੇ ਚੜੇ ਗੱਡ ਪੈ। ਸਮਝ ਗਏ ਵੀ ਹੁਣ ਤਾਂ ਇਹ ਆ ਗਏ ਨੇ ਕਿਲੇ ਦੇ ਉੱਤੇ ਚੜ ਕੇ। ਕੋਈ ਉੱਤੋਂ ਕੰਧ ਤੋਂ ਛਾਲ ਮਾਰਦਾ ਆਉਂਦਾ, ਕੋਈ ਥੱਲਿਓਂ ਟੋਆ ਕੱਢ ਕੇ ਨਾ ਕੰਧ ਦੇ ਵਿੱਚੋਂ ਸੰਨ ਮਾਰ ਕੇ ਥੱਲਿਓਂ ਦੀ ਆ ਕੇ ਕਹਿੰਦਾ ਸਤਿ ਸ੍ਰੀ ਅਕਾਲ। ਕੋਈ ਉੱਤੋਂ ਕੰਧ ਵਾਲੇ ਪਾਸਿਓਂ ਮਾਰ ਕੇ ਹੱਲਾ ਤੇ ਸਤਿ ਸ੍ਰੀ ਅਕਾਲ ਕਹਿ ਕੇ ਅੰਦਰ ਵੜਦੇ ਹਨ। ਮੈਂ ਪ੍ਰਾਨ ਬਚੇ ਕਤਲਾਮ ਕਰਾਈ। ਸਮਝ ਗਏ ਹੁਣ ਨਹੀਂ ਪ੍ਰਾਣ ਬਚਣ ਲੱਗੇ ਸਾਡੇ, ਹੁਣ ਤਾਂ ਬਸ ਕਤਲੇ ਆਮ ਹੀ ਹੋਵੇਗਾ। ਹੋਏ ਅਤੀਰਜ ਬੀਰਜ ਕੋ ਤਜ। ਜਿੰਨੇ ਅੰਦਰ ਗੁੱਜਰ ਰੰਗੜ ਸਨ ਸਾਰੇ ਧੀਰਜ ਛੱਡ ਕੇ ਵੀਰਪੁਣਾ ਛੱਡ ਗਏ। ਤਰਾਸ ਤਰੇ ਸੋ ਪਰੇ ਕਿ ਗਿਆਈ। ਤੇ ਸਾਰਿਆਂ ਨੇ ਹਥਿਆਰ ਉੱਥੇ ਹੀ ਸੁੱਟ ਦਿੱਤੇ। ਜਦੋਂ 5-7 ਸਿੰਘ ਹੀ ਗਏ ਸੀ ਹਾਲੇ ਅੰਦਰ, ਉਹਨਾਂ ਨੂੰ ਵੇਖਦੇ ਆ ਪਹਿਲਾਂ ਹੀ ਤਲਵਾਰਾਂ ਥੱਲੇ ਸੱਟ ਦਿੱਤੀਆਂ, ਬੰਦੂਕਾਂ ਸੱਟ ਦਿੱਤੀਆਂ। ਚੀਰ ਗਵਾਰਨ ਫੇਰਨ ਕੀਨ। ਤੇ ਗਵਾਰਾਂ ਨੇ ਫਿਰ ਉੱਤੋਂ ਦੀ ਖਲੋ ਕੇ ਨਾ ਕਿਲੇ ਦੀ ਕੰਧ ਤੇ ਚਿੱਟੇ ਰੰਗ ਦਾ ਕੱਪੜਾ ਉਹ ਫੇਰਨ ਲੱਗੇ ਵੀ ਅਸੀਂ ਸ਼ਾਂਤੀ ਚਾਹੁੰਦੇ, ਤੁਹਾਡੀ ਪਨਾਹ ਵਿੱਚ ਹਾਂ। ਏਦਾਂ ਕੱਪੜਾ ਫੇਰ ਕੇ ਵੀ ਸਾਰੇ ਜੇ ਅੰਦਰ ਆ ਗਏ ਫਿਰ ਔਖਾ ਹੋਣਾ। ਹਾਲੇ ਤਾਂ 5-7 ਹੀ ਆਏ ਸਨ ਸਿੰਘ ਅੰਦਰ ਤੇ ਇਹਨਾਂ ਨੂੰ ਭਾਜੜ ਪੈ ਗਈ। ਵੇਖਿਆ ਵੀ ਪਿੱਛੇ ਹੋਰ ਆਈ ਜਾਂਦੇ ਨੇ। ਇਹਨਾਂ ਨੇ ਵੇਖਿਆ ਜੇ ਆ ਗਏ ਸਾਰੇ ਤੇ ਬਸ ਫਿਰ ਨਹੀਂ ਬਚਣ ਲੱਗੇ। ਅਸੀਂ ਪਹਿਲਾਂ ਹੀ ਕੱਪੜਾ ਫੇਰ ਕੇ ਉਸੇ ਵੇਲੇ ਟੰਗ ਕੇ ਨਾ ਡਾਂਗ ਦੇ ਉੱਤੇ ਕੱਪੜਾ ਦੂਰ ਕਰਕੇ ਫੇਰਦੇ ਹਨ। ਪਨੇ ਬਿਨਤੀ ਗੁਰ ਕੀ ਸੋ ਦੁਹਾਈ। ਔਰ ਉੱਚੋਂ ਬੇਨਤੀਆਂ ਕਰਦੇ, ਉੱਚੀ ਉੱਚੀ ਆਵਾਜ਼ 'ਚ ਦੁਹਾਈ ਦਿੰਦੇ ਸਤਿਗੁਰਾਂ ਦੇ ਨਾਂ ਦੀ। ਪ੍ਰਾਨ ਬਚੋ ਏ ਦਾਨ ਕਰੋ। ਏ ਪ੍ਰਭੂ ਦਾਨ ਕਰੋ ਸਾਡੇ ਤੇ, ਸਾਡੇ ਪ੍ਰਾਣ ਬਚ ਜਾਣ। ਪ੍ਰਭ ਆਨ ਨ ਬਾਛਤ ਹੈ ਵਥ ਕਾ। ਮਹਾਰਾਜ ਹੋਰ ਅਸੀਂ ਕੋਈ ਵਸਤੂ ਨਹੀਂ ਚਾਹੁੰਦੇ, ਸਭ ਕੁਝ ਖਾਲਸਾ ਲੈ ਜਾਏ, ਬਸ ਸਾਡੀ ਜਾਨ ਬਖਸ਼ ਜਾਵੇ। ਭੂਲ ਗਏ ਬਖਸ਼ੋ ਹਮਕੋ। ਮਹਾਰਾਜ ਭੁੱਲ ਗਏ ਸੀ ਅਸੀਂ, ਬਖਸ਼ ਲੋ ਸਾਨੂੰ। ਮੈਂ ਜੀਵਤ ਫੇਰ ਕਰੇ ਖੁਟਿਆਈ। ਜਿੰਨਾ ਚਿਰ ਜਿਉਂਦੇ ਰਾਂਗੇ ਮੁੜ ਕੇ ਨਹੀਂ ਕਦੇ ਖਾਲਸੇ ਨਾਲ ਖੁਟਿਆਈ ਕਰਨ ਲੱਗੇ।
ਆਪ ਦਇਆਨਿਧ ਸੂਰ ਸ਼ਿਰੋਮਣ। ਮਹਾਰਾਜ ਤੁਸੀਂ ਦਇਆਨਿਧ ਸ਼ੂਰ ਸ਼੍ਰੋਮਣੀ ਹੋ। ਕੌਣ ਕਹੇ ਤੁਮਰੀ ਸਮਤਾਈ। ਕੌਣ ਹੈ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ? ਏਦਾਂ ਇਹ ਬੇਨਤੀਆਂ ਕਰਨ ਲੱਗੇ। ਦੀਨ ਪਏ ਬਿਨਤੀ ਜਬ ਕੀ। ਜਦੋਂ ਦੀਨ ਹੋ ਕੇ ਏਦਾਂ ਬੇਨਤੀ ਕੀਤੀ ਨਾ ਨੇ, ਕਿਰਪਾਲ ਸੁਨੀ ਕਰੁਣਾ ਹੋਏ ਆਈ। ਕਿਰਪਾਲੂ ਸਤਿਗੁਰਾਂ ਸੁਣੀ ਤੇ ਮਹਾਰਾਜ ਜੀ ਦਾ ਮਨ ਕਰੁਣਾ ਚ ਭਰ ਆਇਆ। ਜੀਵਤ ਤਿਆਗ ਨਿਕਾਰ ਲਏ ਸਭ। ਮਹਾਰਾਜ ਜੀ ਨੇ ਹੁਕਮ ਕੀਤਾ ਨਾ ਮਾਰਿਓ ਖਾਲਸਾ ਜੀ ਇਹਨਾਂ ਨੂੰ। ਜਿਉਂਦਿਆਂ ਨੂੰ ਸਾਰਿਆਂ ਨੂੰ ਕਿਲੇ ਚੋਂ ਬਾਹਰ ਕਢਾ ਲਿਆ। ਆਯੁਧ ਚੀਨ ਕਹੀ ਪਕਰਾਈ। ਸਾਰਿਆਂ ਕੋਲੋਂ ਸ਼ਸਤਰ ਖੋਏ ਪਹਿਲਾਂ ਤੇ ਕਈਆਂ ਫੜਾ ਦਿੱਤੀਆਂ ਇਹਨਾਂ ਨੂੰ ਸਾਰਿਆਂ ਨੂੰ। ਉਦਾਲ ਘਣ ਉਹ ਫੜਾ ਦਿੱਤੇ। ਧਾਮ ਸਬੇ ਗੱਡ ਪੀਤ ਤਬੇ। ਮਹਾਰਾਜ ਜੀ ਕਹਿੰਦੇ ਜਿਹੜੇ ਕਿਲੇ ਤੇ ਮਾਣ ਕਰਦੇ ਆਪਣੇ ਹੱਥੀਂ ਢਾਓ। ਆਹ ਹੈ ਤੁਹਾਡਾ ਦੰਡ। ਉਹ ਆਪ ਹੀ ਹੁਣ ਕਿਲਾ ਢਾਣ ਲੱਗੇ ਹਨ, ਆਪਣੇ ਘਰਾਂ ਨੂੰ ਆਪ ਹੀ ਢਾਉਣ ਲੱਗੇ ਹਨ। ਟਹਿਵਾਏ ਦਿਓ ਤਿਨ ਤੇ ਬਲ ਲਾਈ। ਬਾਦਸ਼ਾਹ ਨੇ ਬਲ ਲਵਾ ਕੇ ਉਹਨਾਂ ਕੋਲੋਂ ਹੀ ਉਹ ਕਿਲਾ ਢਵਾ ਦਿੱਤਾ। ਥਾਨ ਸਮਾਨ ਮਦਾਨ ਕੀਓ ਤੈ। ਐਨ ਮੈਦਾਨ ਬਣਾ ਦਿੱਤਾ ਤੇ ਸਿੰਘਾਂ ਨੂੰ ਆਖਿਆ ਹਲ ਫੇਰੋ ਖਾਲਸਾ ਜੀ ਇਹਦੇ ਤੇ ਕਿਲੇ ਦੇ ਉੱਤੇ। ਹਲ ਫੇਰੋ ਇੱਥੇ, ਹੁਣ ਇਹ ਖਾਲਸੇ ਦੀ ਭੂਮੀ ਹੋ ਗਈ। ਮਾਨੋ ਨਾਏ ਬਸੇ ਇਸ ਥਾਈ। ਮਹਾਰਾਜ ਜੀ ਨੇ ਕਹਿ ਦਿੱਤਾ ਹੁਣ ਨਾ ਮੁੜ ਕੇ ਇੱਥੇ ਵਸਿਓ ਜੇ, ਇੱਥੇ ਨਾ ਰਹੋ ਜੇ। ਦੋਹਰਾ ਲੂਟ ਕੂਟ ਕਲ ਮੋਟ ਕੋ। ਪਲਟਾ ਤਿਨ ਤੇ ਲੀਨ। ਕਹਿੰਦੇ ਲੁੱਟ ਕੁੱਟ ਦਾ ਏਦਾਂ ਪ੍ਰਕਾਰ ਦਾ ਜੰਗ ਹੋਇਆ। ਕਲਮੋਟ ਵਾਸੀਆਂ ਨੂੰ ਦੰਡ ਦਿੱਤਾ ਗਿਆ। ਸੂਰ ਸ਼ਿਰੋਮਣ ਦਸਮ ਗੁਰ। ਸਭ ਜਗ ਮੈਂ ਜਸ ਕੀਨ। ਸੂਰਮਿਆਂ ਵਿੱਚੋਂ ਮਹਾਨ ਸ਼੍ਰੋਮਣੀ ਸੂਰਮੇ ਸਤਿਗੁਰੂ ਕਲਗੀਧਰ ਜੀ ਦਸਮ ਗੁਰੂ, ਜਿਨ੍ਹਾਂ ਦਾ ਜਸ ਸਾਰੇ ਜਗਤ ਦੇ ਵਿੱਚ ਸੁਣਾਈ ਦਿੰਦਾ ਹੈ। ਐਸੇ ਦੀਨ ਦਿਆਲ ਸਤਿਗੁਰੂ ਵੇਖੋ ਜਦੋਂ ਉਹਨਾਂ ਬੇਨਤੀ ਕੀਤੀ ਨਾ, ਹਾਰ ਦਾ ਪੱਲੂ ਫੇਰਿਆ ਤੇ ਮਹਾਰਾਜ ਜੀ ਇੱਕਦਮ ਕਰੁਣਾ ਦੇ ਘਰ ਵਿੱਚ ਆ ਗਏ। ਆਖਿਆ ਨਾ ਮਾਰਿਓ ਇਹਨਾਂ ਨੂੰ। ਇੱਥੋਂ ਪਤਾ ਲੱਗਦਾ ਹੈ ਕਿ ਮੇਰੇ ਸਤਿਗੁਰਾਂ ਦਾ ਹਿਰਦਾ ਕਿਤਨਾ ਕੋਮਲ ਤੇ ਦਿਆਲੂ ਹੈ। ਐਸੇ ਦੀਨ ਦਿਆਲ ਪਾਤਸ਼ਾਹ ਦੀਆਂ ਉਪਮਾ ਕਰਦੇ ਆ, ਵਡਿਆਈਆਂ ਕਰਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ। ਨਾਸੀ ਅਗਨਾਸ। ਹੈ ਪੁਰਨ ਹੈ ਸਰਬ ਮੈਂ। ਕੰਜਨ ਗੁਣ ਦਾਸ। ਹੈ ਸੰਗੀ ਹੈ ਨਿਰੰਕਾਰ। ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ। ਜਾਗੇ ਸਦਾ ਬਬੇਤ। ਹੈ ਅਪਰੰਪਰ ਹਰ ਹਰੇ। ਹੈ ਪੀਓ ਅਣਿਆਰ। ਹੈ ਸੰਤਹ ਕੈ ਸਦਾ ਸੰਗ। ਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ। ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ। ਕੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ। ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ। ਨਾਨਕ ਓਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ। ਜੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ। ਜੜੇ ਸੋ ਤੇਰੇ ਪਾਰ। ਜੋ
ਸ਼ਰਧਾ ਕਰ ਸੇਵੰਦੇ। ਗੁਰ ਪਾਰੀ ਉਤਾਰਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।